हाय एवरीवन, वेलकम टू ऑल। स्वागत है ਤੁਹਾਡਾ ਸਭ ਦਾ। ਤਾਂ ਅੱਜ ਦਾ ਸੈਸ਼ਨ ਆਪਣਾ ਰਹਿਣ ਵਾਲਾ ਹੈ ਨਵੀਂ ਸੀਰੀਜ਼ ਦੇ ਨਾਲ। ਤਾਂ ਨਵੀਂ ਸੀਰੀਜ਼ ਆਪਾਂ ਸਟਾਰਟ ਕਰਨ ਜਾ ਰਹੇ ਹਾਂ। ਉਹ ਕਿੰਦੇ ਉੱਪਰ ਕਰਾਂਗੇ? ਉਹ ਕਰਾਂਗੇ ਪੋਲਿਟਿਕਸ ਦੇ ਉੱਪਰ। ਤਾਂ ਪੋਲਿਟਿਕਸ ਜਿਹਨੂੰ ਤੁਸੀਂ ਸਿਵਿਕਸ ਵੀ ਕਹਿ ਦਿੰਦੇ ਹੋ, ਤਾਂ ਪੋਲਿਟਿਕਸ ਦੇ ਉੱਪਰ ਆਪਾਂ ਨਵੀਂ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਬੋਲਦੇ ਹਾਂ ਰਾਜਨੀਤੀ। ਕੀ ਬੋਲਦੇ ਹਾਂ ਜੀ? ਰਾਜਨੀਤੀ। ਤਾਂ ਸਭ ਨੂੰ ਪਤਾ ਹੈ ਰਾਜਨੀਤੀ ਹੁੰਦੀ ਕੀ ਹੈ, ਫਿਰ ਵੀ ਮੈਂ ਤੁਹਾਨੂੰ ਡਿਫਾਈਨ ਕਰੂੰਗਾ ਇੱਕ ਤੋਂ A ਤੋਂ ਲੈ ਕੇ Z ਸਾਰੀਆਂ ਚੀਜ਼ਾਂ। ਤਾਂ ਇਹ ਵਾਲਾ ਸੈਸ਼ਨ ਜਿਹੜਾ ਰਹੇਗਾ ਇਹਦੇ ਵਿੱਚ ਆਪਾਂ ਸਾਰੀ ਦੀ ਸਾਰੀ ਪੋਲਿਟਿਕਸ ਨੂੰ ਕਵਰ ਕਰਾਂਗੇ। पॉलिटिक्स कवर करते हुए, राजनीति कवर करते हुए भी तुहानूं मैं दस देना चाहना भी ये सीरीज़ जिहड़ी रहेगी इहदे इस हर पेपर वास्ते एट प्रेजेंट जिन्ने भी पेपर आ रहे हैं पंजाब स्टेट एग्जाम्स के हर पेपर वास्ते इंपोर्टेंट रहने वाली है। ठीक है, तो पॉलिटिक्स नूं ज़्यादा देर ना करते हुए स्टार्ट करते हैं। तो पॉलिटिक्स तुहानूं नाम दसदा की है? राजनीति है। राजनीति सब समझदे होगे। राजनीति दो शब्दां नूं मिला के बनी है, पहला हैगा राज ते दूजा हैगा नीति। ਤਾਂ ਰਾਜਨੀਤੀ ਦਾ ਐਕਚੁਅਲੀ ਮਤਲਬ ਕੀ ਹੁੰਦਾ ਹੈ? ਰਾਜ ਨੂੰ ਚਲਾਉਣ ਵਾਸਤੇ ਨੀਤੀ ਕਿਹੜੀ ਕਿਹੜੀ ਚੱਲ ਰਹੀਆਂ ਨੇ। ਤਾਂ ਰਾਜਨੀਤੀ ਦਾ ਮਤਲਬ ਕੀ ਹੈ? ਰਾਜ ਕੌਣ ਕਰ ਰਿਹਾ ਆਪਣੇ ਉੱਪਰ? ਰੂਲ ਕੌਣ ਕਰ ਰਿਹਾ ਹੈ? ਰੂਲ ਕਰ ਰਹੀ ਹੈ ਆਪਣੇ ਉੱਪਰ ਸਰਕਾਰ। ਤਾਂ ਸਰਕਾਰ ਜਿਹੜੀ ਹੈਗੀ ਹੈ, ਗਵਰਨਮੈਂਟ ਜਿਹੜੀ ਹੈਗੀ ਹੈ, ਗਵਰਨਮੈਂਟ ਆਪਣੇ ਉੱਪਰ ਰੂਲ ਕਰ ਰਹੀ ਹੈ। ਉਹ ਗਵਰਨਮੈਂਟ ਰੂਲ ਕਰਨ ਵਾਸਤੇ ਡੇਲੀ ਬੇਸਿਸ ਤੇ ਜਾਂ ਲੰਬੇ ਟਾਈਮ ਵਾਸਤੇ ਕੁਝ ਨੀਤੀਆਂ ਬਣਾਉਂਦੀ ਹੈ, ਪॉलिसीज ਬਣਾਉਂਦੀ ਹੈ। ਉਹ ਨੀਤੀਆਂ ਨੂੰ ਆਪਾਂ ਕੀ ਕਹਿੰਦੇ ਨੇ? ਪॉलिसीज। ਤਾਂ ਉਹ पॉलिसीज ਬਣਾ ਰਹੀ ਹੈ ਤੇ ਉਹ ਕਾਹਦੇ ਵਾਸਤੇ ਬਣਾ ਰਹੀ ਹੈ? टू रन दी एडमिनिस्ट्रेशन, या मैं तुहानूं सिंपल भाषा दे विच कहां एडमिनिस्ट्रेशन हुंदा है प्रशासन। की हुंदा जी? प्रशासन। तां प्रशासन नूं चलाउण वास्ते सरकार कुछ नवीं नीतियां बना रही है। उही नीतियां नूं आपां की कह दिंदे आ? राजनीति। ਤਾਂ ਉਹੀ ਨੀਤੀਆਂ ਰਾਜਨੀਤੀ कहलाਉਂਦੀਆਂ ਨੇ ਜਿਹੜੀ ਕਿ ਪ੍ਰਸ਼ਾਸਨ ਨੂੰ ਚਲਾਉਣ ਵਾਸਤੇ ਸਰਕਾਰ ਆਪਣੇ ਲਈ ਬਣਾ ਰਹੀ ਹੈ। ਹੁਣ ਦੇਖੋ ਜਿਵੇਂ ਐਟ ਪ੍ਰੈਜ਼ੈਂਟ ਆਪਣੇ ਕੋਲ ਕੋਈ ਸਰਕਾਰ ਚੱਲ ਰਹੀ ਹੈ, ਮੰਨ ਲੈਂਦੇ ਆ ਹੁਣ ਮੋਦੀ ਸਰਕਾਰ ਹੈ। ਤਾਂ ਮੋਦੀ ਸਰਕਾਰ ਨੇ ਕੁਝ ਪॉलिसीज ਬਣਾਈਆਂ, ਲੇਕਿਨ ਜਦੋਂ ਮੋਦੀ ਸਰਕਾਰ ਨਵੀਂ ਆਈ ਸੀ ਉਹਨੇ ਕੁਝ ਪॉलिसीज ਪੁਰਾਣੀਆਂ ਵੀ ਲਈਆਂ ਸੀ। ਤਾਂ ਪੁਰਾਣੀਆਂ ਪॉलिसीज ਜਿਹੜੀਆਂ ਹੈਗੀਆਂ ਪੁਰਾਣੀ ਸਰਕਾਰ ਬਣਾ ਕੇ ਗਈ ਹੋਏਗੀ। ਤਾਂ ਪੁਰਾਣੀਆਂ पॉलिसीज ਪੁਰਾਣੀ ਸਰਕਾਰ ਬਣਾ ਕੇ ਗਈ ਹੈ। ਉਹਦੇ ਤੋਂ ਪਹਿਲੇ ਵਾਲੀ ਜਿਹੜੀ ਸਰਕਾਰ ਆਈ ਸੀ ਉਹਨੇ ਵੀ ਕੁਝ पॉलिसीज ਬਣਾਈਆਂ ਹੋਣੀਆਂ। ਐਦਾਂ ਚਲਦੇ ਪਹਿਲੀ ਸਰਕਾਰ ਕਦੇ ਨਾ ਕਦੇ ਆਈ ਹੋਣੀ ਹੈ। ਤਾਂ ਉਹਨੇ पॉलिसीज ਕਿੱਥੋਂ ਲਈਆਂ? ਪੁਰਾਣੀਆਂ। ਤਾਂ ਆਪਾਂ ਅਗਰ ਗੱਲ ਕਰੀਏ ਸਾਰੀਆਂ पॉलिसीज ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਸਰਕਾਰ ਨੂੰ ਚਲਾਉਣ ਦੇ ਵਿੱਚ ਕੰਮ ਸਹਾਇਤਾ ਦਿੰਦੀਆਂ ਨੇ, ਉਹ ਕਿੰਦੇ ਵਿੱਚ ਮੈਂਸ਼ਨ ਹੁੰਦੀਆਂ ਨੇ? ਹੁੰਦੀਆਂ ਭਾਰਤੀ ਸੰਵਿਧਾਨ ਦੇ ਵਿੱਚ ਮੈਂਸ਼ਨ, ਜਿਹਨੂੰ ਆਪਾਂ ਇੰਗਲਿਸ਼ ਵਿੱਚ ਬੋਲਦੇ ਆ ਇੰਡੀਅਨ ਕਨਸਟੀਟਿਊਸ਼ਨ। ਇੰਡੀਅਨ ਕਨਸਟੀਟਿਊਸ਼ਨ ਜਿਹਨੂੰ ਬੋਲਦੇ ਆ ਸੰਵਿਧਾਨ। ਤਾਂ ਭਾਰਤੀ ਸੰਵਿਧਾਨ ਦੇ ਵਿੱਚ ਮੈਂਸ਼ਨ ਹੁੰਦੀਆਂ ਨੇ ਸਾਰੀ ਦੀ ਸਾਰੀ ਨੀਤੀਆਂ ਜਿਹੜੀ ਕਿ ਸਰਕਾਰ ਨੂੰ ਬਹੁਤ ਹੀ ਹੈਲਪ ਕਰਦੀਆਂ ਨੇ। ਕਾਹਦੇ ਵਾਸਤੇ? ਇੱਕ ਸਰਕਾਰ ਨੂੰ ਚਲਾਉਣ ਵਾਸਤੇ, ਉਹਦਾ ਪ੍ਰਸ਼ਾਸਨ ਸੰਭਾਲਣ ਵਾਸਤੇ, ਇੰਡੀਆ ਦੇ ਵਿੱਚ ਲੋ ਬਣਾਉਣ ਵਾਸਤੇ, पॉलिसीज ਬਣਾਉਣ ਵਾਸਤੇ। ਤਾਂ ਇਹ ਸੰਵਿਧਾਨ ਜਿਹੜਾ ਹੈਗਾ, ਇਹ ਸੰਵਿਧਾਨ ਆਪਾਂ ਨੂੰ ਪਤਾ ਕਦੋਂ ਬਣਿਆ ਸੀ, ਕਦੋਂ ਲਾਗੂ ਹੋਇਆ ਸੀ। ਲਾਗੂ ਦੀ ਡੇਟ ਮੈਂ ਲਿਖਦਾ 26 ਜਨਵਰੀ 1950 ਨੂੰ ਲਾਗੂ ਹੋਇਆ। ਤਾਂ 26 ਜਨਵਰੀ ਨੂੰ ਆਪਾਂ ਕੀ ਸੈਲੀਬ੍ਰੇਟ ਕਰਦੇ ਆ? ਸਭ ਨੂੰ ਪਤਾ ਹੈ ਨਾ। ਤਾਂ ਰਿਪਬਲਿਕ ਡੇ ਮਨਾਉਂਦੇ ਆ। ਤਾਂ ਜਿਹੜਾ ਸੰਵਿਧਾਨ ਸੀ ਉਹਦੇ ਵਿੱਚ ਹੁਣ ਸੋਚੋ 1950 ਦਾ ਸੰਵਿਧਾਨ ਬਣਿਆ ਹੋਇਆ ਹੈ, 1950 ਦਾ ਸੰਵਿਧਾਨ ਬਣਿਆ ਹੋਇਆ ਹੈ। 1950 ਤੋਂ ਬਾਅਦ ਐਟ ਪ੍ਰੈਜ਼ੈਂਟ 2021 ਚੱਲ ਰਿਹਾ ਹੈ। ਤਾਂ ਕੁਝ ਚੇਂਜਿਸ, ਕੁਝ ਬਦਲਾਵ ਵੀ ਕੀਤੇ ਗਏ ਹੋਣਗੇ ਸੰਵਿਧਾਨ ਦੇ ਵਿੱਚ ਪੱਕਾ। ਤਾਂ ਜਿਹੜੇ ਉਹ ਬਦਲਾਵ ਕੀਤੇ ਜਾਂਦੇ, ਹੁਣ ਮੈਂ ਕੁਝ ਬੇਸਿਕ ਟਰਮ ਦੱਸ ਰਿਹਾ, ਉਹੀ ਤੁਸੀਂ ਖਿਆਲ ਰੱਖਣੀਆਂ ਨੇ। ਜਦੋਂ ਆਪਾਂ ਕਹਿੰਦੇ ਨਾ ਕੁਝ ਨਵੀਂ ਚੀਜ਼ ਆਈ, ਜਾਂ ਮਤਲਬ ਪੁਰਾਣੀ ਚੀਜ਼ ਨੂੰ ਮੈਂ ਬਦਲਾਵ ਕੀਤਾ ਪੁਰਾਣੀ ਚੀਜ਼ ਦੇ ਵਿੱਚ, ਤਾਂ ਉਹਨੂੰ ਆਪਾਂ ਇੱਕ ਵਰਡ ਦਿੰਦੇ ਆ, ਉਹਨੂੰ ਬੋਲਦੇ ਆ ਸ਼ੋਧ ਕਰਨਾ। ਸ਼ੋਧ ਕਰਨਾ ਸਾਰੇ ਸਮਝਦੇ ਹੋ, ਜਿਹਨੂੰ ਹਿੰਦੀ ਦੇ ਵਿੱਚ ਤਾਂ ਆਪਾਂ ਬੋਲ ਦਿੰਦੇ ਆ ਸੰਸ਼ੋਧਨ ਕਰਨਾ, ਤੇ ਇੰਗਲਿਸ਼ ਵਿੱਚ ਬੋਲ ਦਿੰਦੇ ਆ ਅਮੈਂਡਮੈਂਟ ਕਰਨਾ। ਤਾਂ ਉਹ ਸ਼ੋਧ ਕਰਨਾ, ਅਮੈਂਡਮੈਂਟ ਕਰਨਾ, ਸੰਸ਼ੋਧਨ ਕਰਨਾ, ਇਹਦਾ ਮਤਲਬ ਕੀ ਹੈ? ਕਨਸਟੀਟਿਊਸ਼ਨ ਦੇ ਵਿੱਚ ਬਦਲਾਵ ਲੈ ਕੇ ਆ ਰਿਹਾ। ਮਤਲਬ ਕਿਸੇ ਵੀ ਚੀਜ਼ ਦੇ ਬਦਲਾਵ ਆਉਂਦਾ ਹੈ ਤਾਂ ਉਹਨੂੰ ਆਪਾਂ ਸੰਸ਼ੋਧਨ ਦੇ ਨਾਮ ਤੋਂ ਜਾਣਦੇ ਹਾਂ। ਤਾਂ ਉਹ ਵੀ ਜਦੋਂ ਕਨਸਟੀਟਿਊਸ਼ਨ ਦੇ ਬਦਲਾਵ ਆਏਗਾ ਉਹਨੂੰ ਵੀ ਕਹੂੰਗਾ ਸ਼ੋਧ ਹੋਈ ਹੈ। ਤਾਂ ਕੁੱਲ ਹੁਣ ਤੱਕ ਕਿੰਨੀ ਵਾਰੀ ਸ਼ੋਧ ਹੋ ਚੁੱਕੀ ਹੈ? ਕੁੱਲ 104 ਵਾਰੀ ਸ਼ੋਧ ਹੋ ਚੁੱਕੀ ਹੈ ਆਪਣੇ ਭਾਰਤੀ ਸੰਵਿਧਾਨ ਵਿੱਚ। ਹੁਣ ਉਹ ਸ਼ੋਧ ਕਰਦਾ ਕੌਣ ਹੈ? ਸ਼ੋਧ ਕਿਵੇਂ ਹੁੰਦੀ ਹੈ ਉਹ ਵੀ ਤੁਹਾਨੂੰ ਮੈਂ ਦੱਸ ਦੇਣਾ ਹਲਕਾ ਜਿਹਾ। ਤੁਸੀਂ ਸੁਣਿਆ ਹੋਏਗਾ ਆਪਣੀ ਜਿਹੜੀ ਇੱਕ ਚੀਜ਼ ਹੈ ਆਪਣੇ ਇੰਡੀਆ ਵਿੱਚ ਜਿਹੜੀ ਸੰਸਦ, ਤਾਂ ਸੰਸਦ ਕੀ ਕਰਦੀ ਹੈ? ਇੱਕ ਬਿੱਲ ਪਾਸ ਕਰਦੀ ਹੈ। ਉਹ ਬਿੱਲ ਹੀ ਕੀ ਬਣ ਜਾਂਦਾ? ਐਕਟ ਬਣ ਜਾਂਦਾ। ਬਾਅਦ ਚ ਅਧਿਨਿਯਮ ਦੇ ਰੂਪ ਵਿੱਚ ਸਾਹਮਣੇ ਆਉਂਦਾ ਤਾਂ ਸ਼ੋਧ ਹੋ ਜਾਂਦੀ ਹੈ। ਨੋ ਡਾਊਟ ਉਹ ਸੰਸਦ ਦੇ ਵਿੱਚ ਕੌਣ ਕੌਣ ਆਉਂਦਾ ਹੈ? ਇਹ ਵੀ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੰਸਦ ਕਿਹਨੂੰ ਕਿਹਨੂੰ ਮਿਲਾ ਕੇ ਬਣੀ ਹੋਈ ਹੈ? ਫਸਟ ਵਨ ਇਜ਼ ਲੋਕ ਸਭਾ, ਸੈਕਿੰਡ ਵਨ ਇਜ਼ ਰਾਜ ਸਭਾ, ਥਰਡ ਵਨ ਇਜ਼ ਰਾਸ਼ਟਰਪਤੀ। ਤਾਂ ਤਿੰਨ ਚੀਜ਼ਾਂ ਨੂੰ ਮਿਲਾ ਕੇ ਬਣਦੀ ਹੈ ਲੋਕ ਸਭਾ, ਰਾਜ ਸਭਾ ਐਂਡ ਪ੍ਰੈਜ਼ੀਡੈਂਟ ਆਫ ਇੰਡੀਆ। ਤਾਂ ਤਿੰਨ ਚੀਜ਼ਾਂ ਨੂੰ ਮਿਲਾ ਕੇ ਆਪਣੀ ਪੂਰੀ ਸੰਸਦ ਬਣਦੀ ਹੈ। ਸੰਸਦ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ? ਇੰਗਲਿਸ਼ ਵਿੱਚ ਬੋਲਦੇ ਆ ਪਾਰਲੀਮੈਂਟ। ਕੀ ਬੋਲਦੇ ਆ ਜੀ? ਪਾਰਲੀਮੈਂਟ। ਤਾਂ ਪਾਰਲੀਮੈਂਟ ਕਿਹਨੂੰ ਕਿਹਨੂੰ ਮਿਲਾ ਕੇ ਬਣੀ ਹੈ? ਪਾਰਲੀਮੈਂਟ ਤਿੰਨ ਚੀਜ਼ਾਂ ਨੂੰ ਮਿਲਾ ਕੇ ਬਣੀ ਹੈ, ਲੋਕ ਸਭਾ, ਰਾਜ ਸਭਾ ਤੇ ਰਾਸ਼ਟਰਪਤੀ। ਤਾਂ ਇਹ ਤਿੰਨੋਂ ਬੰਦੇ ਕੀ ਕਰਦੇ ਨੇ? ਮਿਲ ਕੇ ਬਿੱਲ ਪਾਸ ਕਰਦੇ ਆ। ਜਿਵੇਂ ਤੁਸੀਂ ਸੁਣਿਆ ਹੋਏਗਾ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋਇਆ, ਰਾਜ ਸਭਾ ਦੇ ਵਿੱਚ ਚਲਾ ਗਿਆ, ਰਾਜ ਸਭਾ ਨੇ ਬਿੱਲ ਪਾਸ ਕਰਤਾ, ਫਿਰ ਰਾਸ਼ਟਰਪਤੀ ਕੋਲ ਚਲਾ ਗਿਆ, ਫਿਰ ਰਾਸ਼ਟਰਪਤੀ ਨੇ ਸਾਈਨ ਕਰਤੇ, ਬਿੱਲ ਫਾਈਨਲੀ ਕੀ ਬਣ ਗਿਆ? ਐਕਟ ਬਣ ਗਿਆ ਜੀ, ਅਧਿਨਿਯਮ ਬਣ ਗਿਆ, ਆਪਣੇ ਆਫੀਸ਼ੀਅਲ ਸਰਕਾਰ ਦੇ ਗਜਟ ਦੇ ਵਿੱਚ ਸਾਹਮਣੇ ਆ ਗਿਆ ਤੇ ਇੰਡੀਆ ਦੇ ਵਿੱਚ ਉਹਨਾਂ ਨੇ ਅਨਾਉਂਸ ਕਰਤਾ, ਲਾਗੂ ਕਰਤਾ। ਤਾਂ ਇਹ ਆਪਣੇ ਕੋਲ ਕੀ ਹੁੰਦਾ? ਇੱਕ ਪ੍ਰੋਸੈਸ ਹੁੰਦਾ ਬਿੱਲ ਪਾਸ ਕਰਨ ਦਾ। ਇੱਕ ਸਿੰਪਲ ਪ੍ਰੋਸੈਸ ਦੱਸਿਆ ਮੈਂ, ਅਦਰਵਾਈਜ਼ ਬਿੱਲ ਅੱਡ ਤਰ੍ਹਾਂ ਦੇ ਹੁੰਦੇ ਆ ਜਿਹੜੇ ਆਉਣ ਵਾਲੇ ਸੈਸ਼ਨਸ ਦੇ ਵਿੱਚ ਆਪਾਂ ਪੜਾਂਗੇ। ਤਾਂ ਪॉलिसीज ਜਿਹੜੀਆਂ ਹੈਗੀਆਂ ਨੇ
ਉਹ ਕੌਣ ਬਣਾ ਰਿਹਾ ਸਰਕਾਰ, ਤੇ ਉਹਨੂੰ ਹੀ ਕੀ ਕਹਿੰਦੇ ਆ ਪੋਲਿਟਿਕਸ ਬੋਲਦੇ ਆ। ਉਵੇਂ ਅੱਗੇ ਮੈਂ ਕਹਾਂ ਕਿੱਥੇ ਮੈਂਸ਼ਨ ਕੀਤੀਆਂ ਗਈਆਂ ਕਨਸਟੀਟਿਊਸ਼ਨ ਵਿੱਚ, ਤੇ ਕਨਸਟੀਟਿਊਸ਼ਨ ਜਦੋਂ ਚੇਂਜ ਕਰਨਾ ਹੋਵੇ ਉਹਨੂੰ ਸ਼ੋਧ ਬੋਲਦੇ ਆ। ਟੋਟਲ 104 ਵਾਰੀ ਸ਼ੋਧ ਹੋ ਚੁੱਕੀ ਹੈ। ਸ਼ੋਧ ਕਰੇਗਾ ਕੌਣ? ਸੰਸਦ। ਕਿਵੇਂ ਕਰੇਗੀ? ਇੱਕ ਬਿੱਲ ਪਾਸ ਕਰਕੇ। ਹੁਣ ਆਪਾਂ ਇਹ ਚੀਜ਼ ਪੜਾਉਂਦੇ ਆ ਜਿਹੜਾ ਆ ਕਨਸਟੀਟਿਊਸ਼ਨ ਹੈਗਾ ਇਹ ਕਿੱਥੋਂ ਬਣ ਕੇ ਆਇਆ, ਇਹ ਸਰਕਾਰ ਨੇ ਬਣਾਇਆ ਜਾਂ ਕਿੰਨੇ ਬਣਾਇਆ ਜਾਂ ਕਦੋਂ ਬਣਿਆ? ਜਿਵੇਂ 26 ਜਨਵਰੀ 1950 ਨੂੰ ਤਾਂ ਲਾਗੂ ਹੋਇਆ, ਉਹਦੇ ਤੋਂ ਪਹਿਲਾਂ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਇਹੋ ਜਿਹੇ ਕਿਹੜੇ ਕਿਹੜੇ ਇਵੈਂਟ ਹੋਏ ਜਿਹੜੇ ਇਹਦੇ ਲਈ ਕਾਫੀ ਜ਼ਰੂਰੀ ਨੇ, ਠੀਕ ਹੈ? ਤਾਂ ਉਹ ਦੇਖਦੇ ਹਾਂ ਸਭ ਤੋਂ ਪਹਿਲਾਂ ਤਾਂ ਧਿਆਨ ਦੇ ਨਾਲ ਸੁਣਨਾ, ਹੁਣ ਸਾਰੀਆਂ ਚੀਜ਼ਾਂ ਧਿਆਨ ਦੇ ਨਾਲ ਸੁਣਨਾ, ਇੱਕ ਇੱਕ ਕੱਲੀ ਚੀਜ਼ ਵੀ ਜਿਹੜਾ ਆਪਣਾ ਸੰਵਿਧਾਨ ਹੈ ਉਹ ਕਿਵੇਂ ਬਣਿਆ, ਠੀਕ ਹੈ? ਤਾਂ ਸਭ ਤੋਂ ਪਹਿਲਾਂ ਤਾਂ ਅਗਰ ਮੈਂ ਗੱਲ ਕਰਾਂ, ਤੁਸੀਂ ਇੱਕ ਚੀਜ਼ ਯਾਦ ਰੱਖਣੀ ਹੈ, 1946 ਆਪਣਾ ਸੰਵਿਧਾਨ 1946 ਵਿੱਚ ਬਣਨਾ ਸ਼ੁਰੂ ਹੋ ਗਿਆ ਸੀ। ਹੁਣ ਤੁਸੀਂ ਸੋਚੋਗੇ ਕਿਵੇਂ? ਤਾਂ ਆਪਣਾ ਇੰਡੀਆ ਤਾਂ 1947 ਵਿੱਚ ਆਜ਼ਾਦ ਹੋਇਆ, ਤਾਂ ਪਹਿਲਾਂ ਕਿਵੇਂ ਬਣਨਾ ਸ਼ੁਰੂ ਹੋ ਗਿਆ? ਤਾਂ 1946 ਦੇ ਵਿੱਚ ਨਾ ਇੱਕ ਚੀਜ਼ ਆਈ ਸੀ ਜਿਹਨੂੰ ਬੋਲਦੇ ਆ ਆਪਾਂ ਕੈਬਨਿਟ ਮਿਸ਼ਨ ਪਲਾਨ। ਕੀ ਬੋਲਦੇ ਆ ਜੀ? ਕੈਬਨਿਟ ਮਿਸ਼ਨ ਪਲਾਨ ਬੋਲਦੇ ਆ। ਇੰਗਲਿਸ਼ ਵਿੱਚ ਮੈਂ ਲਿਖ ਦੇਣਾ ਕੈਬਨਿਟ ਮਿਸ਼ਨ ਪਲਾਨ। ਤਾਂ ਹੁਣ ਤੁਸੀਂ ਸੁਣਨਾ, ਇਹ 1946 ਵਿੱਚ ਆਪਣੇ ਇੰਡੀਆ ਦੇ ਵਿੱਚ ਬ੍ਰਿਟਿਸ਼ ਰਾਜ ਚੱਲ ਰਿਹਾ ਸੀ। ਕੀ ਚੱਲ ਰਿਹਾ ਸੀ ਜੀ? ਬ੍ਰਿਟਿਸ਼ ਰਾਜ ਚੱਲ ਰਿਹਾ ਸੀ। ਤਾਂ ਬ੍ਰਿਟਿਸ਼ਰਸ ਆਪਣੇ ਉੱਪਰ ਰਾਜ ਕਰ ਰਹੇ ਸੀ ਉਸ ਟਾਈਮ ਤੇ। ਤਾਂ ਬ੍ਰਿਟਿਸ਼ ਸਰਕਾਰ ਦੇ ਜਿਹੜੇ ਪ੍ਰਧਾਨ ਮੰਤਰੀ ਸੀ, ਮਤਲਬ ਮੈਂ ਇੱਥੇ ਲਿਖ ਦੇਣਾ ਯੂਕੇ ਲਿਖ ਦੇਣਾ, ਯੂਕੇ ਜਾਂ ਬ੍ਰਿਟੇਨ, ਮਤਲਬ ਵੈਸੇ ਤਾਂ ਦੋਨਾਂ ਦਾ ਡਿਫਰੈਂਸ ਹੁੰਦਾ ਵੀ ਯੂਕੇ ਵਿੱਚ ਅੱਡ ਸਟੇਟਸ ਆਉਂਦੀਆਂ ਨੇ, ਬ੍ਰਿਟੇਨ ਦੇ ਵਿੱਚ ਇੱਕ ਘੱਟ ਸਟੇਟ ਆਉਂਦੀ ਹੈ ਆਇਰਲੈਂਡ ਨੂੰ ਨਿਕਾਲ ਕੇ। ਫਿਰ ਵੀ ਮੈਂ ਲਿਖ ਦੇਣਾ ਯੂਕੇ ਦੇ ਪ੍ਰਾਈਮ ਮਿਨਿਸਟਰ ਸੀਗੇ ਜੀ, ਪ੍ਰਧਾਨ ਮੰਤਰੀ ਹੈਗੇ ਸੀ ਉਸ ਟਾਈਮ ਤੇ ਕਲੀਮੈਂਟ ਐਟਲੀ। ਕੀ ਨਾਮ ਸੀ ਜੀ? ਕਲੀਮੈਂਟ ਐਟਲੀ, ਠੀਕ ਹੈ? ਤਾਂ ਕਲੀਮੈਂਟ ਐਟਲੀ ਜਿਹੜੇ ਪਰਸਨ ਹੈਗੇ ਸੀ, ਜਿਵੇਂ ਆਪਣੇ ਇੰਡੀਆ ਵਿੱਚ ਪ੍ਰਧਾਨ ਮੰਤਰੀ ਹੁੰਦੇ ਨੇ ਤਾਂ ਉੱਥੇ ਵੀ ਹੈਗੇ ਆ ਪ੍ਰਧਾਨ ਮੰਤਰੀ। ਤਾਂ ਇਹਨਾਂ ਨੇ ਕੀ ਕੀਤਾ? ਅੱਛਾ, ਨਾਮ ਕੀ ਹੈ? ਕੈਬਨਿਟ ਮਿਸ਼ਨ ਪਲਾਨ ਨਾ। ਆਪਣੇ ਇੰਡੀਆ ਵਿੱਚ ਕੀ ਹੁੰਦਾ ਹੈ? ਪ੍ਰਧਾਨ ਮੰਤਰੀ ਹੁੰਦਾ ਹੈ, ਪ੍ਰਧਾਨ ਮੰਤਰੀ ਦੇ ਥੱਲੇ ਕੈਬਨਿਟ ਮੰਤਰੀ ਹੁੰਦੇ ਨੇ। ਤਾਂ ਉਵੇਂ ਹੀ ਕਲੀਮੈਂਟ ਐਟਲੀ ਨੇ ਕੀ ਕੀਤਾ? ਆਪਦੀ ਕੈਬਨਿਟ ਦੇ ਵਿੱਚੋਂ, ਆਪਦੇ ਕੈਬਨਿਟ ਮੰਤਰੀਆਂ ਦੇ ਵਿੱਚੋਂ 3 ਬੰਦੇ ਇੰਡੀਆ ਦੇ ਵਿੱਚ ਭੇਜਤੇ, 3 ਬੰਦੇ ਇੰਡੀਆ ਦੇ ਵਿੱਚ ਭੇਜਤੇ, ਜਿਨ੍ਹਾਂ ਦਾ ਨਾਮ ਕੀ ਹੈਗਾ ਸੀ? ਪਹਿਲਾ ਤਾਂ ਹੈਗਾ ਸੀ ਪੈਥਿਕ ਲੋਰੈਂਸ। ਕੀ ਹੈ ਜੀ? ਪੈਥਿਕ ਲੋਰੈਂਸ। ਮੈਂ ਹਿੰਦੀ ਦੇ ਵਿੱਚ, ਪੰਜਾਬੀ ਦੇ ਵਿੱਚ, ਇੰਗਲਿਸ਼ ਵਿੱਚ ਕੋਸ਼ਿਸ਼ ਕਰੂੰਗਾ ਹਰ ਚੀਜ਼ ਲਿਖਣ ਦੀ। ਪੈਥਿਕ ਲੋਰੈਂਸ, ਠੀਕ ਹੈ? ਫਿਰ ਉਹਦੇ ਤੋਂ ਬਾਅਦ ਕੌਣ ਆਇਆ? ਦੂਜਾ ਬੰਦਾ ਕੌਣ ਸੀ ਨਾਲ ਉਹਦੇ? ਏਵੀ ਅਲੈਗਜ਼ੈਂਡਰ। ਕੀ ਹੈ? ਏਵੀ ਅਲੈਗਜ਼ੈਂਡਰ। ਤੀਸਰਾ ਕੌਣ ਹੈ? ਸਰ ਸਟੈਨਫੋਰਡ ਕਰਿਪਸ। ਆ 3 ਬੰਦੇ ਇੰਡੀਆ ਦੇ ਵਿੱਚ ਆਏ। ਤੁਸੀਂ ਯਾਦ ਰੱਖਣ ਵਾਸਤੇ PAS ਪਾਸ ਲਿਖ ਸਕਦੇ ਹੋ ਵੀ ਆਹ ਵਾਲੇ ਬੰਦੇ ਨੇ 3 ਬੰਦੇ ਪਾਸ ਕੀਤੇ ਆ, ਠੀਕ ਹੈ? P ਤੇ ਪੈਥਿਕ ਲੋਰੈਂਸ, ਅਲੈਗਜ਼ੈਂਡਰ ਤੇ ਸਰ ਸਟੈਨਫੋਰਡ ਕਰਿਪਸ, ਇਹ 3 ਬੰਦੇ ਇੰਡੀਆ ਦੇ ਵਿੱਚ ਆਉਂਦੇ ਨੇ। ਇਹ ਤਿੰਨੋਂ ਦੇ ਤਿੰਨੋਂ ਬੰਦੇ ਕੀ ਕਹਿੰਦੇ ਨੇ? ਦੇਖੋ ਹੁਣ ਇਹ ਜੋ ਅਨਾਉਂਸ ਕਰਨਗੇ ਨਾ, ਉਹਦਾ ਮੈਂ 1-2 ਪੁਆਇੰਟ ਪਹਿਲਾਂ ਦੱਸ ਦੇਣਾ ਚਾਹਨਾ। 1934 ਦੇ ਵਿੱਚ ਨਾ ਇੱਕ ਬੰਦਾ ਸੀਗਾ ਜਿਨ੍ਹਾਂ ਦਾ ਨੇਮ ਸੀ MN ਰੋਏ। ਕੀ ਨਾਮ ਸੀ? MN ਰੋਏ। ਇਹਨਾਂ ਨੇ ਸਭ ਤੋਂ ਪਹਿਲਾਂ ਸੁਝਾਵ ਦਿੱਤਾ ਸੀ ਇੰਡੀਆ ਦੇ ਵਿੱਚ, ਮਤਲਬ ਫਸਟ ਆਈਡੀਆ ਦਿੱਤਾ ਸੀ। ਫਸਟ ਆਈਡੀਆ ਕਾਹਦਾ ਸੀ? ਇਹ ਕੁਐਸਚਨ ਆਉਂਦਾ ਹੁੰਦਾ ਪੇਪਰ ਦੇ ਵਿੱਚ। ਉਹ ਸੀ, ਅੱਛਾ, ਇਹ ਕਿਹੜੀ ਪਾਰਟੀ ਤੋਂ ਸੀ? ਇਹ ਵੀ ਲਿਖ ਲੈਣਾ। ਇਹ ਕਮਿਊਨਿਸਟ ਪਾਰਟੀ ਦੇ ਬੰਦੇ ਸੀਗੇ। ਕਿਹੜੀ ਪਾਰਟੀ ਦੇ? ਕਮਿਊਨਿਸਟ ਪਾਰਟੀ ਦੇ ਸੀਗੇ, ਠੀਕ ਹੈ? ਇਹ ਇੰਪੋਰਟੈਂਟ ਹੈ, ਪੇਪਰ 'ਚ ਕੁਐਸਚਨ ਆ ਜਾਂਦਾ ਹੁੰਦਾ। ਤਾਂ ਪਹਿਲਾ ਸੁਝਾਅ, ਫਸਟ ਆਈਡੀਆ ਦਿੱਤਾ ਵੀ ਆਪਣੇ ਇੰਡੀਆ ਦਾ ਜਿਹੜਾ ਹੈਗਾ ਉਹ ਸੰਵਿਧਾਨ ਹੋਣਾ ਚਾਹੀਦਾ ਹੈ, ਤੇ ਉਹ ਸੰਵਿਧਾਨ ਕੌਣ ਬਣਾਏਗਾ? ਆਪਣੀ ਸੰਵਿਧਾਨਿਕ ਸਭਾ ਬਣਾਏਗੀ। ਅੱਛਾ, ਇੰਗਲਿਸ਼ ਇਹਨਾਂ ਨੇ ਕਰਨਾ ਹੈ। ਸੰਵਿਧਾਨ ਨੂੰ ਕੀ ਬੋਲਦੇ ਆ? ਕੌਨਸਟੀਟਿਊਸ਼ਨ ਕੌਣ ਬਣਾਏਗਾ ਆਪਣਾ? ਤਾਂ ਕੌਨਸਟੀਟਿਊਸ਼ਨ ਬਣਾਏਗਾ ਕੌਨਸਟੀਟਿਊਐਂਟ ਅਸੈਂਬਲੀ। ਕੌਣ ਬਣਾਏਗਾ ਜੀ? ਕੌਨਸਟੀਟਿਊਐਂਟ ਅਸੈਂਬਲੀ। ਤਾਂ ਨੋਰਮਲ ਦੀ ਗੱਲ ਹੈ, ਇਹਨਾਂ ਨੇ ਕਿਹਾ ਵੀ ਆਪਣੇ ਇੰਡੀਆ ਦਾ ਅਲੱਗ ਤੋਂ ਸੰਵਿਧਾਨ ਹੋਣਾ ਚਾਹੀਦਾ, ਸੰਵਿਧਾਨਿਕ ਸਭਾ ਬਣਾਏਗੀ। ਇਹ ਡਿਮਾਂਡ ਆਪਾਂ ਪੂਰੀ ਨਹੀਂ ਕੀਤੀ ਬ੍ਰਿਟਿਸ਼ਰਸ ਨੇ ਆਪਣੀ। ਜਦੋਂ 1938 ਵਿੱਚ ਮੰਗ ਰੱਖੀ, 1938 ਤੋਂ ਬਾਅਦ ਆਪਣੀ ਮੰਗ ਚੱਲਦੀ ਰਹੀ ਵੀ ਆਪਣਾ ਸਾਡਾ ਸੰਵਿਧਾਨ ਬਣਾ ਕੇ ਦਿਓ। 1900 ਤੁਸੀਂ ਉਹ ਵੀ ਦੇਖਿਆ ਹੋਣਾ, 1934 ਤੋਂ ਬਾਅਦ ਰਾਊਂਡ ਟੇਬਲ ਕਾਨਫਰੰਸ, ਜਿਹੜੀਆਂ ਇਹਦੇ ਤੋਂ ਪਹਿਲਾਂ ਰਾਊਂਡ ਟੇਬਲ ਕਾਨਫਰੰਸ ਹੋਈਆਂ ਸੀ, ਗੋਲ ਮੇਜ਼ ਸੰਮੇਲਨ, ਹਿਸਟਰੀ ਵਿੱਚ, ਇਤਿਹਾਸ ਵਿੱਚ ਤੁਸੀਂ ਸੁਣੇ ਹੋਣ, ਉੱਥੇ ਵੀ ਇਹਨਾਂ ਨੇ ਇਹੀ ਮੰਗ ਰੱਖੀ ਸੀ। ਈਵਨ ਕਿ ਉਹਨਾਂ ਨੇ ਵੀ ਕਿਹਾ ਸੀ ਤੁਹਾਡਾ ਸੰਵਿਧਾਨ ਬਣਾ ਕੇ ਦੇਵਾਂਗੇ। ਫਿਰ 34 ਵਿੱਚ ਰੱਖਤੀ ਵੀ ਸੰਵਿਧਾਨਿਕ ਸਭਾ ਹੋਏਗੀ। ਆ ਸੰਵਿਧਾਨਿਕ ਸਭਾ ਵਾਲੀ ਮੰਗ ਆ ਗਈ। ਇਹ ਆਂਦੇ ਕਿੱਥੇ ਪੂਰੀ ਹੋਈ ਆ ਕੇ? ਤਾਂ 1946 ਦੇ ਪਲਾਨ ਦੇ ਵਿੱਚ ਆ ਤਿੰਨੋਂ ਬੰਦਿਆਂ ਨੇ, ਜਾਂ ਤੁਸੀਂ ਕਹਿ ਸਕਦੇ ਹੋ ਕੈਬਨਿਟ ਮਿਸ਼ਨ ਪਲਾਨ ਨੇ, ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਇਹਨਾਂ ਨੇ ਕੀ ਅਨਾਉਂਸ ਕੀਤਾ? ਤਾਂ ਭਾਰਤ ਦੇ ਵਿੱਚ ਇਹ ਕਿਹਾ ਵੀ ਭਾਰਤ ਦੀ ਇੱਕ ਕੀ ਬਣੇਗੀ? ਸੰਵਿਧਾਨਿਕ ਸਭਾ ਬਣੇਗੀ। ਕੀ ਬਣੇਗੀ? ਸੰਵਿਧਾਨਿਕ ਸਭਾ ਬਣੇਗੀ, ਜਿਹਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਜੀ? ਕੌਨਸਟੀਟਿਊਐਂਟ। ਸੰਵਿਧਾਨਿਕ ਕਹਿੰਦੇ ਕੌਨਸਟੀਟਿਊਐਂਟ, ਸਭਾ ਨੂੰ ਕੀ ਕਹਿੰਦੇ ਆ? ਅਸੈਂਬਲੀ ਬਣੇਗੀ। ਉਹ ਕੀ ਬਣਾਏਗੀ? ਉਹ ਬਣਾਏਗੀ ਤੁਹਾਡਾ ਸੰਵਿਧਾਨ। ਕਿਹਨਾਂ ਦਾ ਸੰਵਿਧਾਨ? ਇੰਡੀਆ ਦਾ ਸੰਵਿਧਾਨ। ਤੇ ਇਹਦੇ ਵਿੱਚ ਜਿਹੜੇ ਸਦੱਸਿਆ ਹੋਣਗੇ, ਮੈਂਬਰ ਹੋਣਗੇ, ਉਹ ਮੈਂਬਰ ਕਿੰਨੇ ਟੋਟਲ ਮੈਂਬਰ ਹੋਣਗੇ? ਉਹ ਹੋਣਗੇ 389 ਮੈਂਬਰ। ਕਿੰਨੇ ਹੋਣਗੇ ਜੀ? 389।
पूरे इंडिया के अड अड एरियाज तो जिवें अज के टाइम ते लोक सभा के इलैक्शन दे विच हर एरिया में इलैक्शन होंदे ने, तो हर एरिए दे विचों वोटां पैणगीआं, और वोटां दे तौर ते हर बंदे नूं चुनिया जाएगा 399 बंदियां नूं। नो डाउट इहदे विच 399 दे विच कुछ इहो जिहे परसन सी जिहड़े कि उस टाइम राजे महाराजे दी स्टेट चलदियां सी। तुहानूं मैं दस दिना, जिवें अज के टाइम ते अगर मैं कहां पहला जम्मू कश्मीर सी अपना, जिहड़ा राजा हरि सिंह दे अंडर हैगा सी, हुण तां अपना इंडिया ने अपने अंडर कर लिया प्रॉपर पूरे तरह नाल। तो उस टाइम के कुछ यह जे एरियाज है, कुछ यह जे प्रांत है, कुछ यह जे प्रोविंस है जिहड़े राजे महाराजा के अंडर सी। तो वो राजे महाराजा के अंडर उस टाइम सीगे, तो उन्होंने भी आदे अंडर करना सी, तो उन्होंने भी उत्थे कुछ सीटां रखियां गईयां सी। तो पेपर दे विच आंदा तां नहीं, मैं इत्थे फिर भी लिख देना 93 सीटां उन्हां दियां सी। किन्हां दियां? राजे महाराजे दियां, जिन्होंने बोलते सी प्रिंसली स्टेट, देशी रियासतां बोलते सी, रियासतां। ठीक है, तो आ 399 बंदे उन्होंने चुने। 399 बंदियां ने की बनाया संविधान, तो ये 399 के 99 किहड़े हैगे सी? भारती हैगे सी, भारती हैगे सी, मतलब ये सारे इंडियन होणगे। एक चीज़ तुसीं याद रखनी है, तो वैसे पुछणगे नहीं पेपर अगर आ गया, तो जिहड़े भारती बंदे सी इन्हां विच ना ही महात्मा गांधी सी, ना ही महात्मा गांधी सी, ना ही मुहम्मद अली जिन्ना सीगे। महात्मा गांधी अपने इंडिया के फेमस लीडर, मुहम्मद अली जिन्ना पाकिस्तान जिन्हां ने बनवाया वो फेमस लीडर, वो दोनों बंदे नहीं सी। तो हुण ये अपने कोल एक असैंबली जिहड़ी हैगी है 1946 दे विच कैबिनेट मिशन प्लान ने देती आपां नूं। मैं एक बार रिवाइज करवा देना। 1946 दे विच अपने को ब्रिटिश राज के अंडर यूके के प्रधानमंत्री ने 3 बंदे इंडिया में भेजे। उन्होंने क्या संवैधानिक सभा बनेगी, संवैधानिक सभा तुहाडा संविधान बना देगी। ठीक है, उन्होंने संविधान बनाने वास्ते संवैधानिक सभा तैयार की, 399 बंदे तैयार करवाते। 399 के जिहड़े हैगे सी उन्होंने फिर संविधान बनाना शुरू किया। हुण उन्होंने संविधान किवें बनाना शुरू किया वो आपां देख लैंदे हां, अगे चलते हैं। तो पहला सुझाव कि इन्होंने दिता सी M.N. रॉय ने, M.N. रॉय। ठीक है, तो 1946 की ही गल करते हैं, हुण हजे इंडिया आज़ाद नहीं होया। तो 1946 दे विच ही उन्होंने कहता भी तुहाडी संवैधानिक सभा तुहाडा संविधान बनाना शुरू कर देगी। तो एक्चुअल दे विच 1946 दे विच ही अपना भारतीय संविधान बनना शुरू हो गया सी, अपना भारतीय संविधान बनना शुरू हो गया सी। तो नॉर्मल जी गल है, अगर संवैधानिक सभा बनी है तो उन्होंने बैठकां भी होणगियां। ठीक है, तो उन्होंने बैठकां भी होणगियां, बैठकां बोले तो मीटिंग्स भी होणगियां। तो वो मिलणगे, क्यों मिलणगे? बिकॉज उन्होंने संविधान तैयार करना है। बड़ी मुश्किल नाल अपने इंडिया वालियां नूं इह चीज़ का मौका मिलिया सी भी तुसीं आपदा संविधान अपने आप तैयार कर सकते हो। तो नॉर्मल जी गल है, अपना संविधान आपां तैयार करांगे। तो हुण अगर आपां देखीए तो उन्हां दी फर्स्ट मीटिंग, पहली बैठक, फर्स्ट मीटिंग कदों हुई? तो फर्स्ट मीटिंग हुई 9 दिसंबर 1946 नूं। कदों हुई? 9 दिसंबर 1946 नूं। तो 9 दिसंबर 1946 नूं पहली मीटिंग हुई। तुसीं एक आ याद करनी है, एक सैकेंड मीटिंग हुई, सैकेंड मीटिंग 2 दिन बाद हुई 11 दिसंबर 1946 नूं, ते तीसरी मीटिंग हुई 13 दिसंबर 1946 नूं। ठीक है, उनके तो बाद होर भी मीटिंग्स आउणगियां, वो भी आपां हुणे पढ़ांगे, पहला 3 मीटिंग्स बारे पढ़ लीए। तो होया कि नॉर्मल जी गल है, जे अगर संवैधानिक सभा बन रही है, सारे बंदे इकट्ठे हो रहे दिल्ली दे विच, उन्हां नूं संभालण वास्ते कोई एक लीडर तो चाहिए है। जे पूरी क्लास आके बैठ जाए, उन्होंने संभालण वास्ते एक टीचर तो चाहिए है। उदां ही 399 बंदे अगर बैठे है तो उन्होंने संभालण वास्ते एक बंदा तो चाहिए है। तो उन्होंने पहले दिन एक अस्थाई तौर पर बंदा चुन लिया भी जिहड़ा अपनी सभा नूं संभालेगा। कहंदे अज पहला दिन है, अस्थाई चुन लैंदे आ, फिर आने वाले 1-2 दिन बाद आपां की चुन लांगे, स्थाई बंदा चुन लांगे। टैंपरेरी परसन अज चुन लैंदे आ, परमानेंट फिर चुन लांगे। तो होया कि तो सब तो जिहड़े बुजुर्ग बंदे हैगे सी 9 दिसंबर 1946 नूं उन्होंने अपनी संवैधानिक सभा का राष्ट्रपति बनाता, या तुसी अध्यक्ष कह सकते हो, या तुसी सभापति कह सकते हो। ठीक है, या प्रेजिडेंट इंग्लिश कह सकते हैं, या चेयरमैन कह सकते हैं। तो लेकिन ये जिहड़े राष्ट्रपति हैगे सी ये इंटरिम हैगे सी। इंटरिम का मतलब की हुंदा? तुहाडे कोल पंजाबी दे विच उत्थे अंतरिम भी लिखिया आ सकदा है। अंतरिम हुंदे ने जिहड़े अस्थाई हुंदे ने, अस्थाई बोले तो टैंपरेरी। ठीक है, तो टैंपरेरी बंदा चुन लिया उन्होंने, जिनका नाम हैगा सी डॉक्टर सच्चिदानंद सिन्हा, सच्चिदानंद सिन्हा। तो डॉक्टर सच्चिदानंद सिन्हा की हैगे सी अस्थाई तौर पर उन्होंने पहले राष्ट्रपति बनाते 9 तरीक नूं पहली मीटिंग दे विच। लेकिन 2 दिन बाद दूजी मीटिंग हुई, कहंदे नहीं वो तो बुजुर्ग बंदे आपां बनाए सी, हुण आपां एक परसन चुनने आ सारे बंदे आपदी सहमति दे नाल। तो उन्होंने एक परमानेंट प्रेजिडेंट चुन ले, परमानेंट मतलब स्थाई बंदे चुन ले। तो वो स्थाई परसन कौन सी? तो परमानेंट राष्ट्रपति किंदे? ये देख लो, राष्ट्रपति इंडिया दे नहीं चल रहे, ये संवैधानिक सभा दे चल रहे हैं। किंदे चल रहे हैं? जिहड़ी संवैधानिक सभा हैगी है, बिकॉज इंडिया दे तां बन गया, इंडिया आजाद होएगा, इंडिया दा आजाद होया नहीं। तो परमानेंट स्थाई सदस्य जिहड़े स्थाई अपने को जिहड़े चेयरमैन बने, सभापति बने, उन्हां नाम की हैगा सी डॉक्टर राजेंद्र प्रसाद, डॉक्टर राजेंद्र प्रसाद। तो तुहाडे कोल पुछया जावे पेपर दे विच अपने इंडिया की संवैधानिक सभा के राष्ट्रपति कौन सी, जे एवें आ गया, एवें ना लिखा हो पहला राष्ट्रपति कौन सी, अस्थाई कौन सी, स्थाई कौन सी, ना पूछा जाए
ਤਾਂ ਸਿੱਧਾ ਸਿੱਧਾ ਪੁੱਛਣ ਤਾਂ ਆਪਣੇ ਸੰਵਿਧਾਨਿਕ ਸਭਾ ਦੇ ਰਾਸ਼ਟਰਪਤੀ ਹੈਗੇ ਸੀ ਰਾਜਿੰਦਰ ਪ੍ਰਸਾਦ। ਜੇ ਸਪੈਸ਼ਲ ਕਹਿ ਦਿੰਦੇ ਆ ਵੀ ਪਹਿਲੇ ਰਾਸ਼ਟਰਪਤੀ ਕੌਣ ਸੀ, ਜੇ ਸਪੈਸ਼ਲ ਕਹਿ ਦਿੰਦੇ ਆ ਅਸਥਾਈ ਰਾਸ਼ਟਰਪਤੀ ਕੌਣ ਸੀ, ਤਾਂ ਉਹ ਪਹਿਲੇ ਜਾਂ ਅਸਥਾਈ ਕੌਣ ਹੈਗੇ ਸੀ, ਡਾਕਟਰ ਸਚਿਦਾਨੰਦ ਸਿਨਹਾ। ਤਾਂ ਇੱਕ ਪਰਸਨ ਜਿਵੇਂ ਆਪਣੇ ਇੰਡੀਆ ਵਿੱਚ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਹੁੰਦੇ ਨੇ, ਠੀਕ ਹੈ, ਤਾਂ ਇੱਕ ਉਪ ਰਾਸ਼ਟਰਪਤੀ ਵੀ ਚੁਣੇ ਗਏ। ਕੌਣ ਚੁਣੇ ਗਏ? ਉਪ ਰਾਸ਼ਟਰਪਤੀ ਵੀ ਚੁਣੇ ਗਏ। ਤਾਂ ਉਹ ਹੈਗੇ ਸੀ HC ਮੁਖਰਜੀ। ਕੌਣ ਹੈਗੇ ਸੀ? HC ਮੁਖਰਜੀ। ਇੱਕ ਆਪਣੀ ਸੰਵਿਧਾਨਿਕ ਸਭਾ ਦੇ ਸਲਾਹਕਾਰ ਵੀ ਚੁਣੇ ਗਏ। ਸਲਾਹਕਾਰ ਬੋਲੇ ਤਾਂ ਜਿਹੜਾ ਵੀ ਕੰਮ ਕਰਾਂਗੇ ਇਹਨਾਂ ਕੋਲ ਪੁੱਛ ਕੇ ਕਰਾਂਗੇ, ਤਾਂ ਉਹ ਹੈਗੇ ਸੀ ਐਡਵਾਈਜ਼ਰ, ਜਿਹਨੂੰ ਇੰਗਲਿਸ਼ ਵਿੱਚ ਬੋਲ ਦਿੰਦੇ ਆ। ਜਿਵੇਂ ਸਭ ਤੋਂ ਪਹਿਲਾਂ ਆਈਡੀਆ ਦਿੱਤਾ ਸੀ MN ਰੋਏ ਨੇ, ਪਹਿਲਾ ਸੁਝਾਅ। ਸਲਾਹਕਾਰ ਕੌਣ ਹੈਗੇ ਸੀ? BN ਰਾਓ। ਤਾਂ BN ਰਾਓ ਕੌਣ ਹੈਗੇ ਸੀ? ਸਲਾਹਕਾਰ। ਤਾਂ ਇਹਨਾਂ ਨੇ ਸੰਵਿਧਾਨਿਕ ਸਭਾ ਬਣਾ ਲਈ ਜੀ। ਸੰਵਿਧਾਨਿਕ ਸਭਾ ਚੱਲ ਰਹੀ ਹੈ, ਕੰਮ ਕਰ ਰਹੀ ਹੈ, ਬਹੁਤ ਅੱਛੇ ਕੰਮ ਕਰ ਰਹੀ ਹੈ। ਲੇਕਿਨ ਹੋਇਆ ਕਿ 399 ਬੰਦੇ ਐਵੇਂ ਦਾ ਨਹੀਂ ਹੈ ਵੀ 399 ਬੰਦੇ ਆ ਕੇ ਬੈਠਣਗੇ ਆਪਦਾ ਕੰਮ ਕਰਨਾ ਸ਼ੁਰੂ ਕਰ ਦੇਣਗੇ। ਤਾਂ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਸੋਚਿਆ ਨਹੀਂ, ਐਦਾਂ ਨਹੀਂ, ਆਪਾਂ ਨਾ ਕੰਮ ਵੰਡ ਦਿੰਦੇ ਆ। ਤਾਂ ਕੰਮ ਵੰਡਣ ਵਾਸਤੇ ਉਹਨਾਂ ਨੇ ਕੀ ਕੀਤਾ? ਕੰਮ ਵੰਡਣ ਵਾਸਤੇ ਆਪਣੀ ਸੰਵਿਧਾਨਿਕ ਸਭਾ ਦੇ ਜਿੰਨੇ ਵੀ ਮੈਂਬਰ ਹੈਗੇ ਸੀ, ਉਹ ਸੰਵਿਧਾਨਿਕ ਸਭਾ ਦੇ ਮੈਂਬਰਸ ਨੂੰ ਕੁਝ ਕਮੇਟੀਆਂ ਦੇ ਵਿੱਚ ਵੰਡਤਾ। ਠੀਕ ਹੈ, ਮੈਂ ਇੱਥੇ ਉੱਪਰ ਲਿਖ ਦੇਣਾ ਪੋਲਿਟਿਕਸ। ਕੁਝ ਕਮੇਟੀਆਂ ਦੇ ਵਿੱਚ ਵੰਡਤਾ। ਤਾਂ ਉਹ ਕਮੇਟੀਆਂ ਦੇ ਵਿੱਚ ਜੇ ਅਗਰ ਮੈਂ ਕਹਾਂ ਤਾਂ ਕੁੱਲ ਮਿਲਾ ਕੇ ਜਿਹੜੀਆਂ ਕਮੇਟੀਆਂ ਹੈਗੀਆਂ ਸੀ ਤਾਂ ਉਹ 22 ਕਮੇਟੀਆਂ ਮੰਨੀਆਂ ਜਾਂਦੀਆਂ ਨੇ। 22 ਕਮੇਟੀਆਂ ਹੈਗੀਆਂ ਸੀ ਕੁੱਲ। ਠੀਕ ਹੈ, ਮੈਂ ਇੱਥੇ ਲਿਖ ਦੇਣਾ 22 ਟੋਟਲ ਕਮੇਟੀਆਂ ਸੀ। ਤਾਂ ਅਗਰ 22 ਕਮੇਟੀਆਂ ਟੋਟਲ ਸੀਗੀਆਂ ਤਾਂ ਉਹਨਾਂ ਵਿੱਚੋਂ ਆਪਾਂ ਸਾਰੀਆਂ ਤਾਂ ਯਾਦ ਕਰਨੀਆਂ ਨਹੀਂ, ਤਾਂ ਆਪਾਂ ਸਿਰਫ ਇੱਕ ਹੀ ਕਮੇਟੀ ਪੜ੍ਹਨੀ ਹੈ, ਸਿਰਫ ਇੱਕ ਕਮੇਟੀ। ਵੈਸੇ ਕਰਵਾਉਣ ਨੂੰ ਮੈਂ ਤੁਹਾਨੂੰ ਸਾਰੀਆਂ ਕਰਵਾ ਸਕਦਾ, ਜਿਵੇਂ ਆਪਣੇ ਕੋਲ ਪੜ੍ਹਨਾ ਚਾਹੀਏ ਤਾਂ यूनियन पावर कमेटी, यूनियन कॉन्स्टिट्यूशन कमेटी, एडवाइजरी कमेटी, सब एडवाइजरी कमेटी, फिर फ्लैग कमेटी। जस्ट मतलब पढ़न की लोड़ नहीं है, आप एक ही पढ़ांगे जी मोस्ट इंपोर्टेंट हैगी है, दैट इज ड्राफ्टिंग कमेटी। किहड़ी है जी? ड्राफ्टिंग कमेटी। हुण ड्राफ्टिंग तो तुहानूं नाम पता लग रहा होगा, ड्राफ्ट करना हुंदा जी तैयार करना, जिन्हां ने एक्चुअली संविधान तैयार किया। ਤਾਂ ਇਹਦੇ ਬਾਰੇ ਆਪਾਂ ਨੂੰ ਪੜ੍ਹਨ ਦੀ ਡਿਟੇਲ ਹੈਗੀ ਹੈ। ਇਹ ਜੋ ਲੋੜ ਹੈਗੀ ਹੈ 29 ਅਗਸਤ 1947 ਨੂੰ ਇੱਕ ਸਭਾ ਬਿਠਾਈ ਗਈ, ਇੱਕ ਕਮੇਟੀ ਬਣਾਈ ਗਈ। ਇਹਨਾਂ ਦਾ ਕੰਮ ਕੀ ਸੀ? ਜਿੰਨੀਆਂ ਵੀ ਬਾਕੀ ਕਮੇਟੀਆਂ ਸੀ ਉਹ ਥੋੜਾ ਥੋੜਾ ਸੰਵਿਧਾਨ ਤਿਆਰ ਕਰਕੇ ਦਿੰਦੀਆਂ ਸੀ। ਉਹ ਥੋੜਾ ਜਿਹਾ ਸੰਵਿਧਾਨ ਦਾ ਪੋਰਸ਼ਨ ਤਿਆਰ ਹੋ ਗਿਆ, ਉਹਨਾਂ ਨੇ ਡਰਾਫਟਿੰਗ ਕਮੇਟੀ ਸਾਹਮਣੇ ਰੱਖਤਾ। ਡਰਾਫਟਿੰਗ ਕਮੇਟੀ ਨੇ ਕੀ ਕੀਤਾ? ਪਬਲਿਕ ਦੇ ਸਾਹਮਣੇ ਰੱਖਤਾ, ਜਨਤਾ ਦੇ ਸਾਹਮਣੇ, ਬਿਕੋਜ਼ ਸੰਵਿਧਾਨ ਜਨਤਾ ਦੇ ਓਪੀਨੀਅਨ ਦੇ ਨਾਲ ਬਣਿਆ। ਤਾਂ ਜਦੋਂ ਜਨਤਾ ਦੇ ਸਾਹਮਣੇ ਆਇਆ, ਜਨਤਾ ਨੇ ਜੇ ਪਾਸ ਕੀਤਾ ਤਾਂ ਸੰਵਿਧਾਨਿਕ ਸਭਾ ਨੇ ਇਹ ਕਹੇਗੀ ਵੀ ਡਰਾਫਟਿੰਗ ਕਮੇਟੀ ਵੱਲੋਂ ਪਾਸ ਹੈ। ਜੇ ਜਨਤਾ ਪਾਸ ਨਹੀਂ ਕਰੇਗੀ ਤਾਂ ਉਹਦੇ ਵਿੱਚ ਬਦਲਾਵ ਕੀਤਾ ਜਾਏਗਾ। ਠੀਕ ਹੈ, ਤਾਂ ਜਿਹੜੀ ਆਪਣੀ ਸੰਵਿਧਾਨਿਕ ਸਭਾ ਦੇ ਵਿੱਚ ਇੱਕ ਕਮੇਟੀ ਬੈਠੀ ਸੀ, ਡਰਾਫਟਿੰਗ ਕਮੇਟੀ। ਇਹਦੇ ਜਿਹੜੇ ਚੇਅਰਮੈਨ ਹੈਗੇ ਸੀ ਉਹ ਹੈਗੇ ਸੀ ਡਾਕਟਰ BR ਅੰਬੇਦਕਰ। ਤਾਂ ਹੁਣ ਤੁਸੀਂ ਸਮਝ ਸਕਦੇ ਹੋ ਵੀ ਜਿਨ੍ਹਾਂ ਨੇ ਜਿਹੜੀ ਕਮੇਟੀ ਨੇ ਮੇਨਲੀ ਸੰਵਿਧਾਨ ਤਿਆਰ ਕੀਤਾ, ਤਾਂ ਕਰਕੇ ਆਹ ਵਾਲੇ ਪਰਸਨ ਦਾ ਡਾਕਟਰ BR ਅੰਬੇਦਕਰ ਜੀ ਦਾ ਇਹਨਾਂ ਦਾ ਨਾਮ ਫੇਮਸ ਹੈ। ਤਾਂ ਇਹਨਾਂ ਨੂੰ ਆਪਣੇ ਭਾਰਤੀ ਸੰਵਿਧਾਨ ਦੇ ਪਿਤਾ ਵੀ ਕਿਹਾ ਜਾਂਦਾ ਹੈ। ਠੀਕ ਹੈ, ਤਾਂ फादर ऑफ इंडियन कॉन्स्टिट्यूशन, फादर ऑफ IC लिख देना मैं, IC बोले तो इंडियन कॉन्स्टिट्यूशन। ਤਾਂ ਭਾਰਤੀ ਸੰਵਿਧਾਨ ਦੇ ਪਿਤਾ ਵੀ ਬੋਲਿਆ ਜਾਂਦਾ ਕਿਹਨਾਂ ਨੂੰ? ਡਾਕਟਰ BR ਅੰਬੇਦਕਰ ਜੀ ਨੂੰ। ਤਾਂ ਆਹ ਵਾਲੀ ਕਮੇਟੀ ਦੇ ਵਿੱਚ ਟੋਟਲ 7 ਮੈਂਬਰ ਹੈਗੇ ਸੀ। ਤਾਂ ਉਹ 7 ਮੈਂਬਰ ਨੇ ਮਿਲ ਕੇ ਬਣਾਈ। 7 ਮੈਂਬਰ ਡਾਕਟਰ BR ਅੰਬੇਦਕਰ ਨੂੰ ਮਿਲਾ ਕੇ ਹੀ ਸੀਗੇ। ਡਾਕਟਰ BR ਅੰਬੇਦਕਰ ਦੇ ਕੀ ਹੋ ਗਏ? ਸਭਾਪਤੀ ਹੋ ਗਏ, ਚੇਅਰਮੈਨ ਹੋ ਗਏ। ਤਾਂ ਉਮੀਦ ਹੈ ਆਹ ਕਮੇਟੀ ਦਾ ਕੰਮ ਸਮਝ ਆ ਗਿਆ ਹੋਵੇਗਾ। ਤਾਂ ਹੁਣ ਐਦਾਂ ਹੀ ਕਮੇਟੀਆਂ ਚਲਦੀਆਂ ਰਹੀਆਂ। ਉਹ ਕਮੇਟੀਆਂ ਨੇ ਆਪਦਾ ਕੰਮ ਪੂਰਾ ਕਰਤਾ। ਉਹ ਕੰਮ ਕਦੋਂ ਪੂਰਾ ਕੀਤਾ ਆਪਾਂ ਹੁਣ ਦੇਖਦੇ ਹਾਂ। ਜਿਹੜਾ ਆਪਣਾ ਸਾਰੀ ਕਮੇਟੀਆਂ ਨੇ ਮਿਲ ਕੇ ਕੰਮ ਪੂਰਾ ਕਰਤਾ, ਤਾਂ ਉਹ ਕੰਮ ਕਦੋਂ ਪੂਰਾ ਕਰਿਆ ਸੀ? ਤਾਂ ਉਹ ਕੰਮ ਪੂਰਾ ਇਹਨਾਂ ਨੇ ਕਰਿਆ 26 ਨਵੰਬਰ 1949। ਤਾਂ ਹੁਣ ਕੁਝ ਡੇਟਸ ਹੋਰ ਨੇ। 26 ਨਵੰਬਰ 1949 ਨੂੰ ਜਿਹੜਾ ਭਾਰਤੀ ਸੰਵਿਧਾਨ ਹੈਗਾ ਸੀ ਉਹ ਭਾਰਤੀ ਸੰਵਿਧਾਨ ਬਣ ਕੇ ਪੂਰਾ ਹੋ ਗਿਆ। ਪੂਰਾ ਬੋਲੇ ਤੋਂ ਕੰਪਲੀਟ ਹੋ ਗਿਆ 26 ਨਵੰਬਰ 1949 ਨੂੰ। ਲੇਕਿਨ ਇੰਗਲਿਸ਼ ਦੇ ਵਿੱਚ ਆਪਾਂ ਇਹਨੂੰ ਇਹ ਲਿਖ ਦਿੰਦੇ ਆ, ਆਪਣਾ ਸੰਵਿਧਾਨ ਅਡਾਪਟ ਕਦੋਂ ਕੀਤਾ ਗਿਆ? ਅਡਾਪਟ ਹੁੰਦਾ ਅਪਣਾਇਆ ਕਦੋਂ ਗਿਆ? ਤਾਂ ਪੇਪਰ ਵਿੱਚ ਇਹ ਵੀ ਆ ਸਕਦਾ ਹੈ ਆਪਣਾ ਭਾਰਤੀ ਸੰਵਿਧਾਨ ਭਾਰਤੀ ਸੰਵਿਧਾਨਿਕ ਸਭਾ ਨੇ ਕਦੋਂ ਅਪਣਾਇਆ ਸੀ? ਤਾਂ 26 ਨਵੰਬਰ 1949 ਨੂੰ। ਇਹਨੂੰ ਇਨੈਕਟ ਕਦੋਂ ਕੀਤਾ ਗਿਆ? ਜਾਂ ਆਂਦਾ ਹੁੰਦਾ ਹੈ ਗਿਵ ਟੂ ਆਰਸੈਲਸ। ਆ 3 ਸ਼ਬਦ ਤੁਸੀਂ ਇੰਗਲਿਸ਼ ਜਿਹੜੇ ਇੰਗਲਿਸ਼ ਦਿਓਗੇ ਉਹਨਾਂ ਨੂੰ ਯਾਦ ਰੱਖਣੇ ਨੇ। ਗਿਵ ਟੂ ਆਰਸੈਲਸ। ਆਰਸੈਲਸ ਹੁੰਦਾ ਵੀ ਆਪਦੇ ਆਪ ਨੂੰ ਦੇਣਾ। ਤਾਂ ਆਪਾਂ ਆਪਦੇ ਆਪ ਨੂੰ ਕਦੋਂ ਦਿੱਤਾ? ਵੀ ਆਪਾਂ ਕਦੋਂ ਮੰਨ ਲਿਆ ਸੀ ਵੀ ਇਹੀ ਆਪਣੇ ਪੂਰੇ ਇੰਡੀਆ ਦਾ ਸੰਵਿਧਾਨ ਰਹੇਗਾ? 26 ਨਵੰਬਰ 1949 ਨੂੰ। ਠੀਕ ਹੈ, ਤਾਂ 26 ਨਵੰਬਰ 1949 ਨੂੰ ਆਪਣਾ ਭਾਰਤੀ ਸੰਵਿਧਾਨ ਬਣ ਕੇ ਪੂਰਾ ਹੋ ਗਿਆ। ਲੇਕਿਨ ਅੱਗੇ ਚੱਲਦੇ ਹਾਂ। ਫਿਰ ਹੋਇਆ ਕੀ? ਉਹਨਾਂ ਨੇ ਲਾਗੂ ਨਹੀਂ ਕੀਤਾ। ਲਾਗੂ ਕਿਉਂ ਨਹੀਂ ਕੀਤਾ? ਲਾਗੂ ਦੀ ਡੇਟ ਸਭ ਨੂੰ ਪਤਾ, 26 ਜਨਵਰੀ 1950। ਬਿਕੋਜ਼ ਨਾ ਇੱਕ ਤਰੀਕ ਸੀ 26 ਜਨਵਰੀ 1930। ਤੁਹਾਡੇ ਕੋਲ ਵੈਸੇ ਕੋਈ ਪੁੱਛੇ ਨਾ, ਜਾਂ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ, ਆਪਣੇ ਭਾਰਤੀ ਲੋਕਾਂ ਨੇ, ਆਪਣੇ ਇੰਡੀਅਨ ਲੋਕਾਂ ਨੇ ਆਪਣਾ ਪਹਿਲਾ ਆਜ਼ਾਦੀ ਦਿਵਸ ਕਦੋਂ ਮਨਾਇਆ ਸੀ? ਤਾਂ ਕੋਈ 1947 ਵਿੱਚ ਆਜ਼ਾਦ ਹੋਣ ਤੋਂ ਬਾਅਦ ਨਹੀਂ ਮਨਾਇਆ। ਤਾਂ ਉਹ 26 ਜਨਵਰੀ 1930 ਨੂੰ ਆਪਣੇ ਇੰਡੀਅਨਸ ਨੇ ਆਪਣਾ ਪਹਿਲਾ ਆਜ਼ਾਦੀ ਦਿਵਸ ਮਨਾ ਲਿਆ ਸੀ।
ਹੁਣ ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਆਪਣੇ ਇੰਡੀਆ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਸੀ ਭਾਰਤੀ ਇਤਿਹਾਸ ਦੇ ਵਿੱਚ, ਜਿੱਥੇ ਇਹ ਕਿਹਾ ਜਾਂਦਾ, ਜਿਹਨੂੰ ਇੱਕ ਨਾਮ ਦਿੱਤਾ ਜਾਂਦਾ ਪੂਰਨ ਸਵਰਾਜ। ਤਾਂ ਆਪਾਂ ਪੂਰਨ ਸਵਰਾਜ ਲਾਗੂ ਕਰਤਾ ਸੀ ਇੰਡੀਆ ਦੇ ਵਿੱਚ। ਤਾਂ ਅਗਰ ਆਪਾਂ ਗੱਲ ਕਰੀਏ ਪੂਰਨ ਸਵਰਾਜ ਦੀ, ਤਾਂ ਜਵਾਹਰ ਲਾਲ ਨਹਿਰੂ ਜੀ ਨੇ 1930 ਦੇ ਵਿੱਚ 26 ਜਨਵਰੀ ਨੂੰ ਪੂਰਨ ਸਵਰਾਜ ਘੋਸ਼ਿਤ ਕੀਤਾ। ਇਹਦਾ ਮਤਲਬ ਉਹਨਾਂ ਨੇ ਇਹ ਅਨਾਉਂਸ ਕਰਤਾ ਸੀ ਵੀ ਅਸੀਂ ਬ੍ਰਿਟਿਸ਼ਰਸ ਦੇ ਅਧੀਨ ਨਹੀਂ ਰਵਾਂਗੇ, ਅਸੀਂ ਬ੍ਰਿਟਿਸ਼ਰਸ ਤੋਂ ਫਰੀ ਹਾਂ, ਆਜ਼ਾਦ ਹਾਂ। ਲੇਕਿਨ ਉਹਦੇ ਤੋਂ ਬਾਅਦ 1930 ਦੇ ਵਿੱਚ ਹੀ 31 ਵਿੱਚ 32 ਵਿੱਚ 3 ਗੋਲਮੇਜ ਸੰਮੇਲਨ ਹੁੰਦੇ ਨੇ, ਲੇਕਿਨ ਉਹਨਾਂ ਦਾ ਕੋਈ ਰਿਜ਼ਲਟ ਨਹੀਂ ਨਿਕਲ ਪਾਉਂਦਾ। ਤਾਂ ਆਪਣਾ ਜਿਹੜਾ ਭਾਰਤ ਹੈਗਾ, ਇੰਡੀਆ ਹੈਗਾ, ਉਹ ਆਜ਼ਾਦ ਉਸ ਟਾਈਮ ਤੇ ਨਹੀਂ ਹੋ ਪਾਉਂਦਾ। ਹੁਣ ਉਹਦੇ ਤੋਂ ਬਾਅਦ ਜਦੋਂ ਭਾਰਤ ਸੰਵਿਧਾਨਿਕ ਸਭਾ ਆਪਣਾ ਭਾਰਤੀ ਸੰਵਿਧਾਨ ਪੂਰਾ ਕਰ ਦਿੰਦੀ ਹੈ, ਤਾਂ ਉਦੋਂ ਇਹਨਾਂ ਦੇ ਮਾਈਂਡ ਵਿੱਚ ਇੱਕ ਗੱਲ ਆਉਂਦੀ ਹੈ ਵੀ ਅੱਜ ਤੋਂ ਕੁਝ ਸਾਲ ਪਹਿਲਾਂ, ਅੱਜ ਤੋਂ 20 ਸਾਲ ਪਹਿਲਾਂ ਇੱਕ ਦਿਨ ਆਇਆ ਸੀ 26 ਜਨਵਰੀ 1930। ਆਪਾਂ ਉਹ 26 ਜਨਵਰੀ ਨੂੰ ਹੀ ਇੰਨੀ ਇੰਪੋਰਟੈਂਸ ਦੇਣੀ ਹੈ ਵੀ ਉਹ ਸਾਰੀ ਦੁਨੀਆ, ਸਾਰਾ ਇੰਡੀਆ ਉਹਨੂੰ ਪੂਰਾ ਆਉਣ ਦੇ ਸਾਲਾਂ ਤੱਕ ਯਾਦ ਰੱਖੇ ਵੀ 26 ਜਨਵਰੀ ਇੱਕ ਤਰੀਕ ਸੀ ਜਦੋਂ ਆਪਣੇ ਇੰਡੀਆ ਨੇ, ਜਿਹੜੇ ਇੰਡੀਅਨਸ ਹੈਗੇ ਸੀ, ਉਹਨਾਂ ਨੇ ਆਪਣੇ ਪੂਰਨ ਸਵਰਾਜ ਲਾਗੂ ਕੀਤਾ ਸੀ, ਆਪਣੀ ਪਹਿਲਾ ਆਜ਼ਾਦੀ ਦਿਵਸ ਮਨਾ ਲਿਆ ਸੀ। ਉਹੀ ਤਰੀਕ ਨੂੰ ਯਾਦਗਾਰ ਬਣਾਉਣ ਲਈ ਉਹਨਾਂ ਨੇ 26 ਜਨਵਰੀ 1930 ਨੂੰ ਯਾਦਗਾਰ ਬਣਾਉਣ ਲਈ ਤਾਂ 26 ਜਨਵਰੀ 1950 ਨੂੰ ਉਹਨਾਂ ਨੇ ਸੰਵਿਧਾਨ ਲਾਗੂ ਕੀਤਾ। ਮਤਲਬ 49 ਦੇ ਵਿੱਚ 2 ਮਹੀਨੇ ਪਹਿਲੇ ਕਿ ਪੂਰਾ ਹੋ ਗਿਆ ਸੀ, 2 ਮਹੀਨੇ ਬਾਅਦ ਉਹਦੇ ਤੋਂ ਇਹ 11ਵਾਂ ਮਹੀਨਾ ਨਾ, ਤਾਂ 12ਵਾਂ ਤੇ ਇੱਕ ਪਹਿਲਾ ਮਹੀਨਾ, ਤਾਂ 2 ਮਹੀਨੇ ਬਾਅਦ ਉਹਨੂੰ ਲਾਗੂ ਕੀਤਾ। ਤਾਂ ਅਗਰ ਆਪਾਂ ਇੱਥੇ ਗੱਲ ਕਰੀਏ ਕੁਝ ਹੋਰ ਚੀਜ਼ਾਂ ਦੀ, ਉਹਨਾਂ ਨੇ ਲਾਗੂ ਕਰਨ ਤੋਂ ਪਹਿਲਾਂ 24 ਜਨਵਰੀ 1950 ਨੂੰ ਨਾ ਇੱਕ ਮੀਟਿੰਗ ਰੱਖੀ, ਜਿਹੜੀ ਕਿ ਲਾਸਟ ਮੀਟਿੰਗ ਹੈ, ਜਿਹੜੀ ਕਿ ਲਾਸਟ ਮੀਟਿੰਗ ਹੈ ਸੰਵਿਧਾਨਿਕ ਸਭਾ ਦੀ, ਆਖਰੀ ਮੀਟਿੰਗ ਹੈ, ਆਖਰੀ ਬੈਠਕ ਹੈ। ਤਾਂ ਉਹਨਾਂ ਨੇ ਆਖਰੀ ਬੈਠਕ ਰੱਖੀ। ਤਾਂ ਉਹ ਵਾਲੀ ਆਖਰੀ ਬੈਠਕ ਜਿਹੜੀ ਰੱਖੀ ਉਹਨਾਂ ਨੇ, ਉੱਥੇ ਉਹਨਾਂ ਨੇ ਸਾਰਿਆਂ ਨੂੰ ਬੁਲਾਇਆ, ਜਿੰਨੇ ਵਿੱਚ ਸਿਰਫ ਤੇ ਸਿਰਫ 284 ਬੰਦੇ ਆਏ ਸੀ। ਇਹਨਾਂ ਨੂੰ ਬੁਲਾਇਆ ਗਿਆ ਸੀ, ਤੁਹਾਡੇ ਸਾਈਨ ਚਾਹੀਦੇ ਆ, ਤੁਸੀਂ ਸੰਵਿਧਾਨ ਬਣਾਉਣੇ 'ਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ, ਤਾਂ ਤੁਹਾਡੇ ਸੰਵਿਧਾਨ ਸਾਰਿਆਂ ਦੇ ਸਾਈਨ ਚਾਹੀਦੇ ਆ। ਤਾਂ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਸੰਵਿਧਾਨ ਬਣਾਇਆ, ਤਾਂ ਉਹਨਾਂ ਨੇ 284 ਬੰਦਿਆਂ ਨੇ ਸਾਈਨ ਕਰਤੇ। ਹੁਣ 284 ਪਰਸਨ ਨੇ ਸਾਈਨ ਕੀਤੇ, ਤਾਂ ਆਪਣਾ ਸੰਵਿਧਾਨ ਇੱਥੇ ਇਹ ਮੰਨਿਆ ਗਿਆ ਵੀ ਸਾਰਿਆਂ ਵੱਲੋਂ ਰੈਕੋਗਨਾਈਜ਼ ਹੋ ਗਿਆ। ਹੋਰ ਕੀ ਕੀਤਾ ਗਿਆ? 24 ਜਨਵਰੀ 1950 ਨੂੰ ਆਪਣੇ ਦੇਖੋ ਤੁਸੀਂ ਸੁਣਿਆ ਹੋਣਾ ਆਪਣਾ ਨੈਸ਼ਨਲ ਐਂਥਮ ਤੇ ਨੈਸ਼ਨਲ ਸੌਂਗ, ਰਾਸ਼ਟਰੀ ਗੀਤ ਅਤੇ ਰਾਸ਼ਟਰੀ ਗਾਨ ਸੁਣਿਆ ਹੋਏਗਾ ਸਭ ਨੇ, ਜਨ ਗਣ ਮਨ ਤੇ ਵੰਦੇ ਮਾਤਰਮ ਸਭ ਨੇ ਸੁਣਿਆ ਹੋਇਆ। ਐਕਚੁਅਲੀ ਜਦੋਂ ਆਪਣਾ ਇੰਡੀਆ ਆਜ਼ਾਦ ਹੋਇਆ, ਉਹ ਚੀਜ਼ਾਂ ਜਨ ਗਣ ਮਨ 1911 ਦੇ ਵਿੱਚ ਪਹਿਲੀ ਵਾਰੀ ਗਾਇਆ ਜਾ ਚੁੱਕਿਆ ਹੈ, ਵੰਦੇ ਮਾਤਰਮ 1896 ਦੇ ਵਿੱਚ ਪਹਿਲੀ ਵਾਰੀ ਗਾਇਆ ਜਾ ਚੁੱਕਿਆ ਹੈ। ਇਹਦਾ ਮਤਲਬ ਉਹ ਚੀਜ਼ਾਂ ਪਹਿਲਾਂ ਹੀ ਲਿਖੀਆਂ ਜਾ ਚੁੱਕੀਆਂ, ਪਹਿਲਾਂ ਹੀ ਗਾਈਆਂ ਜਾ ਚੁੱਕੀਆਂ। ਲੇਕਿਨ 1950 ਦੇ ਵਿੱਚ 24 ਜਨਵਰੀ ਨੂੰ ਇਹ ਕਿਹਾ ਗਿਆ ਵੀ ਜਿਹੜਾ ਆਪਣਾ ਜਨ ਗਣ ਮਨ ਹੈਗਾ, ਇਹਨੂੰ ਜਨ ਗਣ ਮਨ ਨੂੰ ਆਪਣੇ ਭਾਰਤ ਦਾ, ਕੀ ਕਹਿ ਰਿਹਾ, ਜਨ ਗਣ ਮਨ ਨੂੰ ਆਪਣੇ ਭਾਰਤ ਦਾ ਰਾਸ਼ਟਰੀ ਗਾਨ ਮੰਨਿਆ ਜਾਂਦਾ ਹੈ। ਰਾਸ਼ਟਰੀ ਵਰਡ ਦੇਤਾ, ਉਹਨੂੰ ਨੈਸ਼ਨਲ ਬਣਾਤਾ। ਉਵੇਂ ਵੰਦੇ ਮਾਤਰਮ ਨੂੰ ਆਪਣਾ ਰਾਸ਼ਟਰੀ ਗੀਤ ਬਣਾਤਾ। ਤਾਂ ਆਪਾਂ ਇੱਥੇ ਕਹਿ ਸਕਦੇ ਹਾਂ ਵੀ ਆਪਣੇ ਭਾਰਤੀ ਸੰਵਿਧਾਨਿਕ ਸਭਾ ਨੇ ਰਾਸ਼ਟਰੀ ਗਾਨ ਨੂੰ ਤੇ ਰਾਸ਼ਟਰੀ ਗੀਤ ਨੂੰ ਕਦੋਂ ਅਪਣਾਇਆ ਜਾਂ ਅਡੋਪਟ ਕੀਤਾ, ਜਾਂ ਆਪਾਂ ਕਹਿ ਸਕਦੇ ਹਾਂ ਰਾਸ਼ਟਰੀ ਦਾ ਦਰਜਾ ਦਿੱਤਾ। ਰਾਸ਼ਟਰੀ ਦਾ ਕਿਹਨੂੰ? ਆਪਣੇ ਗੀਤ ਨੂੰ ਤੇ ਆਪਣੇ ਗਾਨ ਨੂੰ। ਠੀਕ ਹੈ। ਤਾਂ ਆਪਣਾ ਨੈਸ਼ਨਲ ਐਂਥਮ ਤੇ ਨੈਸ਼ਨਲ ਸੌਂਗ, ਮੈਂ ਇੱਥੇ ਇੰਗਲਿਸ਼ ਵਿੱਚ ਵੀ ਲਿਖ ਦੇਣਾ, ਨੈਸ਼ਨਲ ਐਂਥਮ ਆਪਣਾ ਜਨ ਗਣ ਮਨ ਹੈਗਾ, ਤੇ ਨੈਸ਼ਨਲ ਸੌਂਗ ਆਪਣਾ ਹੈਗਾ ਵੰਦੇ ਮਾਤਰਮ, ਜਿਹੜਾ ਬੰਕਿਮ ਚੰਦਰ ਚਟਰਜੀ ਨੇ ਲਿਖਿਆ, ਉੱਪਰ ਰਵਿੰਦਰਨਾਥ ਟੈਗੋਰ ਨੇ ਲਿਖਿਆ। ਤਾਂ ਆਹ ਦੋ ਚੀਜ਼ਾਂ ਅਪਣਾਈਆਂ ਗਈਆਂ। ਹੁਣ ਇੱਕ ਲਾਸਟ ਚੀਜ਼, ਮੈਂ ਤੁਹਾਨੂੰ ਕਿਹਾ ਵੀ ਆਪਣੇ ਇੰਡੀਆ ਦੀ ਸੰਵਿਧਾਨਿਕ ਸਭਾ ਦੇ ਪਹਿਲੇ ਰਾਸ਼ਟਰਪਤੀ ਕੌਣ ਸੀ? ਸਚਿਦਾਨੰਦ ਸਿਨਹਾ। ਪਰਮਾਨੈਂਟ ਕੌਣ ਬਣੇ ਸੀ? ਰਾਜਿੰਦਰ ਪ੍ਰਸਾਦ। ਤੁਹਾਨੂੰ ਇਹ ਸਭ ਨੂੰ ਪਤਾ ਹੋਏਗਾ ਵੀ ਆਪਣੇ ਇੰਡੀਆ ਦੇ ਪਹਿਲੇ ਰਾਸ਼ਟਰਪਤੀ ਕੌਣ ਸੀ? ਰਾਜਿੰਦਰ ਪ੍ਰਸਾਦ। ਤਾਂ ਇੱਥੇ ਹੀ 24 ਜਨਵਰੀ 1950 ਨੂੰ ਹੀ ਡਾਕਟਰ ਰਾਜਿੰਦਰ ਪ੍ਰਸਾਦ, ਕੀ ਰਿਹਾ, ਡਾਕਟਰ ਰਾਜਿੰਦਰ ਪ੍ਰਸਾਦ ਨੂੰ ਕੀ ਅਨਾਉਂਸ ਕਰਤਾ ਵੀ ਇਹ ਆਪਣੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣਨਗੇ। ਕਿੱਥੋਂ ਦੇ? ਭਾਰਤ ਦੇ। ਪਹਿਲਾਂ ਕਿਹਦੇ ਸੀਗੇ? ਇਹ ਸੰਵਿਧਾਨਿਕ ਸਭਾ ਦੇ ਸੀ ਸਿਰਫ, ਹੁਣ ਕਾਹਦੇ ਬਣ ਗਏ? ਨਾਲ ਇਹ ਪੂਰੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਬਣ ਗਏ 24 ਜਨਵਰੀ 1950। ਅਗਲੇ ਦਿਨ ਕੀ ਹੋਇਆ? 25 ਜਨਵਰੀ 1950। ਮੈਂ ਕੁਝ ਡੇਟਸ ਇੰਪੋਰਟੈਂਟ ਦੱਸ ਰਿਹਾ, ਇਹ ਪੇਪਰ ਦੇ ਵਿੱਚ ਆ ਜਾਂਦੀਆਂ ਨੇ। ਆਪਣੇ ਇੰਡੀਆ ਦੇ ਵਿੱਚ ਇੱਕ ਬੋਡੀ ਕੰਮ ਕਰਦੀ ਹੈ ਜਿਹਨੂੰ ਆਪਾਂ ਬੋਲਦੇ ਹਾਂ ਚੁਣਾਵ ਆਯੋਗ। ਕੀ ਬੋਲਦੇ ਹਾਂ? ਚੁਣਾਵ ਆਯੋਗ, ਮਤਲਬ ਇਲੈਕਸ਼ਨ ਕਮਿਸ਼ਨ। ਤਾਂ ਆਪਣੇ ਇੰਡੀਆ ਦੇ ਵਿੱਚ ਹੁਣ ਉਹਦੇ ਤੋਂ ਬਾਅਦ ਚੁਣਾਵ ਤਾਂ ਕਰਵਾਉਣੇ ਸੀ, ਬਿਕੋਜ਼ ਨਵੀਂ ਸਰਕਾਰ ਆਪਾਂ ਆਪਦੀ ਬਣਾਵਾਂਗੇ ਹੁਣ। ਤਾਂ ਇਲੈਕਸ਼ਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ। ਉਹ ਸਥਾਪਨਾ ਕਦੋਂ ਹੋਈ ਸੀ ਆਪਣੇ ਇੰਡੀਆ ਦੇ ਵਿੱਚ? ਉਹ ਹੋਈ ਹੈ 25 ਜਨਵਰੀ 1950 ਨੂੰ। ਤੇ 25 ਜਨਵਰੀ 1950 ਨੂੰ ਹੋਇਆ ਐਸੇ ਕਰਕੇ ਅੱਜ ਦੇ ਟਾਈਮ ਤੇ ਆਪਾਂ ਵੋਟਰ ਕੌਣ ਹੁੰਦੇ? ਜਿਹੜੇ ਵੋਟ ਪਾਉਂਦੇ ਆ। ਤਾਂ ਵੋਟਰਸ ਡੇ, ਤਾਂ ਵੋਟਰਸ ਬੋਲੇ ਤੋਂ ਜਿਹੜੇ ਵੋਟਾਂ ਪਾਉਣ ਵਾਲੇ ਬੰਦੇ, ਉਹਨਾਂ ਦਾ ਦਿਵਸ ਸੈਲੀਬ੍ਰੇਟ ਕੀਤਾ ਜਾਂਦਾ 25 ਜਨਵਰੀ ਨੂੰ ਹਰ ਸਾਲ। ਅਗਲੇ ਸਾਲ 26 ਜਨਵਰੀ ਨੂੰ ਕੀ, ਅਗਲੇ ਸਾਲ ਕਹਿ ਰਿਹਾ, ਅਗਲੇ ਦਿਨ 26 ਜਨਵਰੀ 1950 ਨੂੰ ਕੀ ਹੋਇਆ? ਇੱਥੇ ਆਪਣੇ ਭਾਰਤੀ ਸੰਵਿਧਾਨ ਨੂੰ ਲਾਗੂ ਕਰ ਦਿੱਤਾ ਗਿਆ। ਜਾਂ ਤੁਸੀਂ ਕਹਿ ਸਕਦੇ ਹੋ ਭਾਰਤੀ ਸੰਵਿਧਾਨ ਨੇ ਆਪਣਾ ਕੰਮ ਕਦੋਂ ਤੋਂ ਸ਼ੁਰੂ ਕੀਤਾ? ਤਾਂ ਆਪਣੇ ਕਦੋਂ ਕੀਤਾ?
26 जनवरी 1950 ਨੂੰ ਕੀਤਾ। ਤਾਂ ਪੇਪਰ ਦੇ ਵਿੱਚ ਅਗਰ ਕੁਐਸਚਨ ਆਉਂਦਾ ਇੰਗਲਿਸ਼ ਵਿੱਚ, ਇਹਨੂੰ ਆਪਾਂ ਕੀ ਲਿਖਦੇ ਆ, ਇੰਗਲਿਸ਼ ਵਿੱਚ ਲਿਖਦੇ ਆ ਇਹਨਾਂ ਨੇ ਐਨਫੋਰਸਮੈਂਟ ਕਦੋਂ ਕੀਤੀ। ਐਨਫੋਰਸਮੈਂਟ ਹੁੰਦਾ ਹੈ ਲਾਗੂ ਕਰਨਾ, ਜਾਂ ਆਏਗਾ ਕਮੈਂਸਮੈਂਟ ਕਦੋਂ ਹੋਈ। ਕਮੈਂਸਮੈਂਟ ਕੀ ਹੁੰਦਾ, ਜਦੋਂ ਕੰਮ ਸ਼ੁਰੂ ਹੁੰਦਾ ਹੈ। ਤਾਂ 26 ਜਨਵਰੀ 1950 ਨੂੰ ਫਾਈਨਲੀ ਭਾਰਤੀ ਸੰਵਿਧਾਨ ਜਿਹੜਾ ਹੈਗਾ ਸੀ, ਭਾਰਤ ਦਾ ਸੰਵਿਧਾਨ ਉਸ ਟਾਈਮ ਤੇ ਲਾਗੂ ਕਰ ਦਿੱਤਾ ਗਿਆ। ਤਾਂ ਇਹ ਛੋਟੀ ਜੀ ਸਟੋਰੀ ਸੀ ਵੀ ਆਪਣਾ ਇੰਡੀਆ ਦਾ ਸੰਵਿਧਾਨ ਬਣਿਆ ਕਿਵੇਂ। ਤਾਂ ਉਮੀਦ ਹੈ ਇਹ ਸਾਰੀ ਸਟੋਰੀ ਸਮਝ ਆ ਗਈ ਹੋਏਗੀ। ਤਾਂ ਹੁਣ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦੇਣਾ ਚਾਹਨਾ ਵੀ ਜਦੋਂ ਭਾਰਤੀ ਸੰਵਿਧਾਨ ਬਣ ਕੇ ਤਿਆਰ ਹੋਇਆ ਉਸ ਟਾਈਮ ਭਾਰਤੀ ਸੰਵਿਧਾਨ ਦੇ ਵਿੱਚ ਇਹਨਾਂ ਨੇ ਕੀ ਕੀ ਲਿਖਿਆ ਸੀ, ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕੀ ਕੀ ਮੈਂਸ਼ਨ ਕੀਤਾ ਸੀ, ਤਾਂ ਉਹ ਆਪਾਂ ਦੇਖ ਲੈਂਦੇ ਹਾਂ। ਤਾਂ ਭਾਰਤੀ ਸੰਵਿਧਾਨ ਦੇ ਵਿੱਚ ਇਹਨਾਂ ਨੇ ਕੀ ਕੀ ਮੈਂਸ਼ਨ ਕੀਤਾ। ਤਾਂ ਸਭ ਤੋਂ ਪਹਿਲਾਂ ਵੀ ਅਗਰ ਮੈਂ ਕਹਾਂ ਆਪਣਾ ਇੰਡੀਆ ਦਾ ਕਨਸਟੀਟਿਊਸ਼ਨ, ਇੰਡੀਅਨ ਕਨਸਟੀਟਿਊਸ਼ਨ ਮਤਲਬ ਭਾਰਤ ਦਾ ਸੰਵਿਧਾਨ ਓਪਨ ਕਰਕੇ ਦੇਖੂੰਗਾ ਤਾਂ ਉਹਦੇ ਵਿੱਚ ਕੀ ਹੋਏਗਾ। ਜਿਵੇਂ ਤੁਸੀਂ ਸਕੂਲ ਜਾਂ ਕਾਲਜ ਦੇ ਵਿੱਚ ਆਪਾਂ ਨੋਰਮਲ ਇੱਕ ਕਿਤਾਬ ਨੂੰ ਖੋਲ ਕੇ ਦੇਖਦੇ ਹਾਂ ਤਾਂ ਪਹਿਲਾ ਪੇਜ ਲੱਗਿਆ ਹੁੰਦਾ ਪ੍ਰੀਚਿਆ ਦਾ, ਇੰਟਰੋਡਕਸ਼ਨ ਲਿਖਿਆ ਹੁੰਦਾ ਹੈ, ਇੰਟਰੋਡਕਸ਼ਨ। ਉਵੇਂ ਹੀ ਇੰਟਰੋਡਕਸ਼ਨ ਤੋਂ ਬਾਅਦ ਕੀ ਲਿਖਿਆ ਹੁੰਦਾ ਹੈ ਵੀ ਇੱਕ ਟੇਬਲ ਬਣਿਆ ਹੁੰਦਾ ਹੈ, ਟੇਬਲ ਦੇ ਸਾਹਮਣੇ 1 2 3 4 5 6 ਨੰਬਰ ਲਿਖੇ ਹੁੰਦੇ ਆ, ਇੱਥੇ ਚੈਪਟਰ ਦੇ ਨਾਮ ਲਿਖੇ ਹੁੰਦੇ ਆ, ਇੱਧਰ ਪੇਜ ਨੰਬਰ ਲਿਖੇ ਹੁੰਦੇ ਆ। ਇਹੀ ਹੁੰਦਾ ਕੰਟੈਂਟ, ਟੇਬਲ ਆਫ ਕੰਟੈਂਟਸ ਬੋਲਦੇ ਜਿਹਨੂੰ। ਤਾਂ ਸਭ ਤੋਂ ਪਹਿਲਾਂ ਕੀ ਲਿਖਿਆ ਹੁੰਦਾ ਇੰਟਰੋਡਕਸ਼ਨ। ਤਾਂ ਆਪਣੇ ਕੋਲ ਇੱਥੇ ਇੰਟਰੋਡਕਸ਼ਨ ਨਹੀਂ ਹੈਗਾ, ਆਪਣੇ ਕੋਲ ਕੀ ਹੈਗਾ ਪ੍ਰੀਐਮਬਲ। ਪ੍ਰੀਐਮਬਲ ਨੂੰ ਕੀ ਬੋਲਦੇ ਆ ਜੀ, ਪ੍ਰੀਐਮਬਲ ਨੂੰ ਬੋਲਦੇ ਆ ਪ੍ਰਸਤਾਵਨਾ, ਜਿਹੜਾ ਕਿ ਪੜਾਂਗੇ ਆਪਾਂ ਪ੍ਰਸਤਾਵਨਾ। ਤਾਂ ਪ੍ਰਸਤਾਵਨਾ ਕੀ ਹੁੰਦਾ ਜੀ, ਪ੍ਰਸਤਾਵਨਾ ਇੱਕ ਤਰ੍ਹਾਂ ਦਾ ਇੰਟਰੋਡਕਸ਼ਨ ਹੈਗਾ। ਇੰਟਰੋਡਕਸ਼ਨ ਬੋਲੇ ਤੋਂ ਭਾਰਤੀ ਸੰਵਿਧਾਨ ਦਾ ਪਰਿਚੈ ਹੈਗਾ। ਉਵੇਂ ਹੀ ਪਰਿਚੈ ਤੋਂ ਬਾਅਦ ਸੈਕਿੰਡ ਚੀਜ਼ ਕੀ ਹੁੰਦੀ ਹੈ, ਸੈਕਿੰਡ ਹੁੰਦੇ ਨੇ ਪਾਰਟਸ। ਉਧਰ ਕੀ ਹੁੰਦੇ ਆ ਚੈਪਟਰ ਹੁੰਦੇ ਆ, ਪਹਿਲਾ ਚੈਪਟਰ, ਦੂਜਾ ਚੈਪਟਰ, ਤੀਜਾ ਚੈਪਟਰ। ਇੱਥੇ ਕੀ ਬੋਲਦੇ ਆ ਉਹਨੂੰ ਪਾਰਟਸ, ਜਿਹਨੂੰ ਪੰਜਾਬੀ ਦੇ ਵਿੱਚ ਬੋਲਦੇ ਆ ਭਾਗ। ਪਹਿਲਾਂ ਜਦੋਂ ਕਨਸਟੀਟਿਊਸ਼ਨ ਬਣਾਇਆ ਗਿਆ ਸੀ 22 ਚੈਪਟਰ ਹੈਗੇ ਸੀ, ਹੁਣ ਉਹ ਕਿੰਨੇ ਹੋ ਚੁੱਕੇ ਆ, 25 ਹੋ ਚੁੱਕੇ ਆ ਟੋਟਲ। ਠੀਕ ਹੈ। ਉਵੇਂ ਹੀ ਹਰ ਚੈਪਟਰ ਦੇ ਵਿੱਚ ਕੁਝ ਨੰਬਰ ਹੁੰਦੇ ਆ, ਪੇਜ ਨੰਬਰ। ਮੈਂ ਕਿਹਾ ਇੱਥੇ 1 2 3 4 ਚੈਪਟਰ ਲਿਖਿਆ ਹੋਏਗਾ, ਫਿਰ ਚੈਪਟਰ ਦਾ ਨਾਮ ਹੋਏਗਾ, ਸਾਹਮਣੇ ਪੇਜ ਨੰਬਰ ਦਿੱਤਾ ਹੋਏਗਾ। ਤਾਂ ਉਹ ਪੇਜ ਨੰਬਰ ਜਿਹੜੇ ਦਿੱਤੇ ਹੁੰਦੇ ਆ, ਇੱਥੇ ਪੇਜ ਨੰਬਰ ਨਹੀਂ ਬੋਲਦੇ, ਇੱਥੇ ਵੀ ਕੁਝ ਨੰਬਰ ਹੁੰਦੇ ਆ, ਉਹਨੂੰ ਬੋਲਦੇ ਆ ਆਪਾਂ ਆਰਟੀਕਲਸ। ਕੀ ਬੋਲਦੇ ਆ, ਆਰਟੀਕਲਸ। ਆਰਟੀਕਲਸ ਬੋਲੇ ਤੋਂ ਅਨੁਛੇਦ ਬੋਲਦੇ ਆ। ਕੀ ਬੋਲਦੇ ਆ, ਅਨੁਛੇਦ ਬੋਲਦੇ ਆ। ਫਿਰ ਆਰਟੀਕਲਸ ਤੋਂ ਬਾਅਦ ਲਾਸਟ ਚੀਜ਼ ਹੈਗੀ ਹੈ ਸ਼ਡਿਊਲਸ। ਸ਼ਡਿਊਲਸ ਬੋਲੇ ਤੋਂ ਅਨੁਸੂਚੀਆਂ। ਤਾਂ ਆ ਕੁਝ ਚੀਜ਼ਾਂ ਹੈਗੀਆਂ ਜਿਨ੍ਹਾਂ ਨੂੰ ਸਾਰਿਆਂ ਨੂੰ ਮਿਲਾ ਕੇ, ਅਨੁਸੂਚੀਆਂ ਜਿਨ੍ਹਾਂ ਸਾਰਿਆਂ ਨੂੰ ਮਿਲਾ ਕੇ ਆਪਣਾ ਭਾਰਤ ਦਾ ਸੰਵਿਧਾਨ, ਇੰਡੀਅਨ ਕਨਸਟੀਟਿਊਸ਼ਨ ਤਿਆਰ ਹੁੰਦਾ ਹੈ। ਤਾਂ ਆਹੀ ਸਾਰੀਆਂ ਚੀਜ਼ਾਂ ਆਪਾਂ ਆਪਣੇ ਪੂਰੇ ਕੋਰਸ ਦੇ ਵਿੱਚ ਪੜ੍ਹਨੀਆਂ ਨੇ। ਪ੍ਰੀਐਮਬਲ, ਸ਼ਡਿਊਲਸ, ਪਾਰਟਸ, ਹਰ ਪਾਰਟ ਦੇ ਵਿੱਚ ਕੁਝ ਨਾ ਕੁਝ ਆਰਟੀਕਲ ਨੰਬਰ ਹੋਣਗੇ, ਉਹ ਆਪਾਂ ਯਾਦ ਕਰਨੇ ਆ। ਤਾਂ ਇਹ ਆਪਣਾ ਅੱਜ ਦਾ ਸੈਸ਼ਨ ਸੀ। ਉਮੀਦ ਹੈ ਆਪਾਂ ਨੂੰ ਕਨਸਟੀਟਿਊਸ਼ਨ ਦਾ ਬੇਸਿਕ ਸਮਝ ਆ ਗਿਆ ਹੋਵੇਗਾ। ਜਲਦੀ ਮਿਲਦੇ ਹਾਂ ਅਗਲੇ ਸੈਸ਼ਨ ਦੇ ਨਾਲ। ਥੈਂਕ ਯੂ ਸੋ ਮਚ।